ਜ਼ਿੰਦਗੀ ਵਿੱਚ ਇੱਕ ਵਾਰ ਫਿਰ ਆਪਾਂ ਸਾਰਿਆਂ ਨੂੰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਸੰਸਾਰ ਲੰਘਿਆ ਜਾਂ ਅਜੇ ਵੀ ਖਤਰੇ ਦੇ ਬੱਦਲ ਪੂਰੇ ਵਿਸ਼ਵ ਉੱਤੇ ਮੰਡਰਾ ਰਹੇ ਨੇ, ਇਸ ਭਿਆਨਕ ਦੌਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਾਂ ਸਾਰਿਆਂ ਨੂੰ ਜੀਵਨ ਦਾਨ ਬਖਸ਼ਿਸ਼ ਕੀਤਾ ਹੈ। ਉਸ ਦਾਤੇ ਦਾ ਸ਼ੁਕਰਾਨਾ ਕਰੀਏ। ਅੱਜ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਵਿੱਚ ਗੁਰੂ ਘਰ ਦੇ ਹਜ਼ੂਰੀ ਕੀਰਤਨੀਆਂ ਸਿੰਘਾਂ ਪਾਸੋਂ ਬਹੁਤ ਹੀ ਰਸ ਪਿੰਨਾ ਸ਼ਬਦ ਕੀਰਤਨ ਸੰਤਾਂ ਕੇ ਕਾਰ ਜਾਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਇਹ ਪਾਵਨ ਸ਼ਬਦ ਸਰਵਣ ਕੀਤੇ ਹਨ। ਆਓ ਕੁਝ ਕੁ ਮਿੰਟਾਂ ਵਾਸਤੇ ਗੁਰਮਤਿ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਬਖਸ਼ੋ ਅਸੀਸ ਔਰ ਲਵਾਓ ਹਾਜ਼ਰੀ। ਦੋਵੇਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਆਪਾਂ ਸੁਣਦੇ ਹਾਂ, ਜਦੋਂ ਇਹ ਪੁਰਬ ਆਉਂਦਾ ਹੈ, ਇਸ ਪੁਰਬ ਦਾ ਨਾਮ ਰੱਖਿਆ ਹੋਇਆ ਪਹਿਲਾ ਪ੍ਰਕਾਸ਼ ਪੁਰਬ। ਪਹਿਲਾ ਪ੍ਰਕਾਸ਼ ਪੁਰਬ ਜਦੋਂ ਵੀ ਤੁਸੀਂ ਪੜ੍ਹੋਗੇ ਸੁਣੋਗੇ, ਤਦੋਂ ਇਹ ਸਵਾਲ ਸੁਭਾਵਿਕ ਸਿੱਖ ਦੇ ਮਨ ਵਿੱਚ ਪੈਦਾ ਹੋਣਾ ਚਾਹੀਦਾ ਹੈ ਕਿ ਜੇ ਪਹਿਲਾ ਹੈ ਤੇ ਇਹਦਾ ਮਤਲਬ ਦੂਜਾ ਵੀ ਕੋਈ ਹੋਏਗਾ। ਕਿਉਂਕਿ ਕਿਸੇ ਵੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਨਾਲ ਇਸ ਤਰ੍ਹਾਂ ਨਹੀਂ ਆਉਂਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ, ਗੁਰੂ ਅੰਗਦ ਦੇ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਪੁਰਬ ਨਹੀਂ, ਉਹਨਾਂ ਦਾ ਸਿਰਫ ਪ੍ਰਕਾਸ਼ ਪੁਰਬ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਆਉਂਦਾ ਹੈ ਪਹਿਲਾ ਪ੍ਰਕਾਸ਼ ਪੁਰਬ। ਉਹ ਸਵਾਲ ਪੈਦਾ ਕਰਦਾ ਕਿ ਇਹਦਾ ਮਤਲਬ ਦੂਜਾ ਵੀ ਕੋਈ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਗੁਰਤਾ ਗੱਦੀ ਸੰਨ 1604 ਈਸਵੀ ਵਿੱਚ ਜਦੋਂ ਪਹਿਲਾ ਪ੍ਰਕਾਸ਼ ਪੁਰਬ ਆਉਂਦਾ ਹੈ, ਉਦੋਂ ਸਾਧ ਸੰਗਤ ਗੁਰਤਾ ਗੱਦੀ ਪ੍ਰਾਪਤ ਨਹੀਂ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਪ੍ਰਕਾਸ਼ ਕਰਾਉਂਦੇ ਨੇ, ਔਰ ਸਾਧ ਸੰਗਤ ਉਸ ਵਕਤ ਗੁਰਤਾ ਗੱਦੀ ਪ੍ਰਾਪਤ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦਾ ਉਦੋਂ ਪਹਿਲਾ ਪ੍ਰਕਾਸ਼ ਹੁੰਦਾ ਹੈ। ਇਹ ਸ਼ੁਰੂ ਤੋਂ ਗੁਰਮਤਿ ਦੇ ਅੰਦਰ ਰਿਹਾ ਕਿ ਸਿੱਖ ਦਾ ਸ਼ਬਦ ਗੁਰੂ ਹੈ, ਪਰ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ 1708 ਈਸਵੀ ਵਿੱਚ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਇਸ ਗੱਲ ਦਾ ਜ਼ਿਕਰ ਹੈ, ਜਦੋਂ ਜੋਗੀਆਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਕਿ ਪਵਨ ਅਰੰਭ ਸਤਿਗੁਰ ਮਤ ਬੇਲਾ, ਸਵਾਲ ਕੀਤਾ ਕਿ ਕਿੱਥੋਂ ਤੁਹਾਡੀ ਸ਼ੁਰੂਆਤ ਹੋਈ ਹੈ, ਕਿਹਦੇ ਤੁਸੀਂ ਚੇਲੇ ਹੋ, ਕੌਣ ਗੁਰੂ ਕਿਸਕਾ ਤੂੰ ਚੇਲਾ। ਤੇ ਗੁਰੂ ਦਾ ਉਸੇ ਵਕਤ ਜਵਾਬ ਸੀ, ਪਵਨ ਅਰੰਭ ਸਤਿਗੁਰ ਮਤ ਬੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਸ਼ੁਰੂ ਤੋਂ ਰਿਹਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਨੂੰ ਗੁਰੂ ਕਿਹਾ, ਪਰ ਸਾਧ ਸੰਗਤ ਬਾਣੀ ਗੁਰੂ ਭਾਵ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਪਹਿਲਾ ਪ੍ਰਕਾਸ਼ ਆਉਂਦਾ ਉਦੋਂ ਗੁਰਤਾ ਗੱਦੀ ਪ੍ਰਾਪਤ ਨਹੀਂ ਹੈ। ਉਸ ਤੋਂ ਬਾਅਦ ਪੰਚਮ ਪਾਤਸ਼ਾਹ ਤੋਂ 5 ਜਾਮਿਆਂ ਵਿੱਚ ਫਿਰ ਸਰੀਰ ਵਰਤਿਆ। 10ਵੇਂ ਜਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਸਾਹਿਬ ਦੀ ਧਰਤੀ ਉੱਤੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਨਹੀਂ ਹੈ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆਉਂਦਾ ਹੈ।
ਇਹਨੂੰ ਥੋੜਾ ਜਿਹਾ ਧਿਆਨ ਨਾਲ ਸਮਝਿਓ। मैं इतिहास संक्षेप विच कहांगा। फिर पहला प्रकाश किस ग्रंथ का है और गुरता गद्दी किस गुरु ग्रंथ साहिब जी नूं प्राप्त है। दोवां दी बाणी विच भेद नहीं होएगा। हाँ इन्ना जरूर है, पहला प्रकाश जिस गुरु ग्रंथ साहिब जी का आपां मना रहे वो आदि श्री गुरु ग्रंथ साहिब की बाणी विच 30 राग ने, 5 गुरु साहिबानां की बाणी है, भट्ट साहबान भगत साहबाना की बाणी 974 अंग ने। और जिस गुरु ग्रंथ साहिब जी नूं गुरता गद्दी प्राप्त उहदे अंदर श्री गुरु गोबिंद सिंह महाराज ने धन गुरु तेग बहादुर साहब महाराज की बाणी पाई। एक राग होर 31वां जिन्हों जैजावंती राग कहते हैं, वो राग गुरु ग्रंथ साहिब विच अंकित करके 1430 अंग का गुरु ग्रंथ साहिब का सरूप तैयार किया। वो दमदमा साहिब की धरती। इसलिए अज जदों भी तुसी गुरु ग्रंथ साहिब जी के दर्शन करोगे, पहला नाम गुरु अर्जन देव महाराज ने दिता होया। जिलत तो दर्शन करो, उत्थे लिखा होएगा आद साहिब श्री गुरु ग्रंथ साहिब जी, ते थल्ले लिखा होएगा ये बीड़ दमदमी बीड़ नाल मिला के लिखी गई है। भाव ये गुरु ग्रंथ साहिब की बीड़ उस ग्रंथ नाल मिलाई है जिहड़ी धन गुरु गोबिंद सिंह महाराज जी ने दमदमा साहिब विखे संपूर्ण की। हुण ध्यान नाल सुनियो, गुरु नानक साहब महाराज जी ने ग्रंथ और पंथ की इको समय शुरुआत की। जदों ग्रंथ की शुरुआत हुई उदों पंथ की भी शुरुआत हुई। जदों श्री गुरु नानक साहब महाराज ने शब्द उचारना शुरू किया, जपजी साहब का उचारण किया, जदों गुरु नानक साहब महाराज ने पंडित जी नूं यह उपदेश दिता, पंडित हरदयाल जी नूं, कि जाल मोह घस मस कर मत कागद कर सार, भाओ कलम कर चित्त लिखारी, गुर पुछ लिख विचार, लिख नाम सलाह लिख, लिखंत न पारा वार। जदों जोगियां काजियां नूं कहा पातालां पाताल लख आगासां आगास, ओड़ कोड़ कपाल थके वेद कहनिक बात। जदों सिद्ध जोगियां नूं कहा मुंदा संतोख श्रम पत झोली, ध्यान की करें विभूत, खिंथा काल कुआरी काया जुगत, डंडा प्रतीत। उदों साध संगत कल्ले ग्रंथ की शुरुआत नहीं, नाल दी नाल पंथ की शुरुआत भी की। पातशाह ने जदों पंथ की शुरुआत की, उन्होंने भाई गुरदास साहब ने कहा मारिया सिक्का जगत विच नानक निर्मल पंथ चलाया। साहब ने पंथ की शुरुआत की। पंथ का अर्थ हुंदा रस्ता, पंथ का अखरी अर्थ करांगे आपां राह मार्ग सड़क, वो रस्ता जिहड़ा किसी मंजिल नूं जांदा होवे उहनूं पंथ कहिंदे ने। और पंथ शब्द कला श्री गुरु नानक साहब महाराज जी ने नहीं, गुरु साहबाना तो पहला भी वरत्या गया है। 1173 ईस्वी विच बाबा फरीद साहब का प्रकाश है, जिन्हां दी बाणी गुरु ग्रंथ साहब की बाणी च है। 1173 विच बाबे फरीद का जन्म हुंदा है और बाबा फरीद साहब गुरबाणी के अंदर ये शब्द वरतते ने। तुसीं बाणी पढ़न वाले बैठे हो, तुहानूं याद है बाबा फरीद साहब कहणगे बाट हमारी खरी उड़ीणी, खन्न्यों तिखी बहुत पैणी, तिस ऊपर है मार्ग मेरा, शेख फरीदा पंथ समार सवेरा। उत्थे भी शब्द पंथ वरत्या। पंथ का अर्थ रस्ता, ਉਹਦੇ अर्थ भाव ने भाई सवेरे सवेरे अपने पंथ की रस्ते की मार्ग की संभाल कर, इस तो पहला कि सूरज डुब जाए रात पै जाए तैनूं रस्ता लभ लेना चाहिए। जिन्हां लोकां नूं इस गल का इल्म होवे कि मेरी मंजिल दूर है तो साध संगत तो आखिरी वस की उड़ीक नहीं करते कि अखीरली वसे चल जाएंगे। उन्होंने डर है भाई मंजिल दूर है, छेती तुरना पेगा, वो वक्त तो पहला तुर पैंदे ने। उत्थे बाबा फरीद साहब ने यह गल कही, जे तू भलिया मंजिल ते पहुंचना चाहुंदा है तो हुणे ही पंथ की संभाल कर, सवेरे सवेरे मार्ग की संभाल कर। भाव अजे तेरा शरीर तंदुरुस्त है, भर जवानी है, हुणे रब दे मार्ग ते तुर पा, बुढ़े होण दी उड़ीक ना कर, क्योंकि बहुतियां गल्लां बुढ़ेपे विच नहीं हो सकणगीਆਂ।
ਬੁੱਢਾ ਹੋ ਕੇ ਤੂੰ ਗੁਰਦੁਆਰੇ ਆ ਨਹੀਂ ਸਕੇਗਾ, ਤੈਨੂੰ ਤਾਂ 2 ਪੌਡੇ ਚੜਾਉਣ ਲਈ ਵੀ ਕੋਈ ਬੰਦਾ ਚਾਹੀਦਾ ਹੈ। ਹੁਣ ਤਾਂ ਤੂੰ ਆਪਣੇ ਸਰੀਰ ਨਾਲ ਤੰਦਰੁਸਤ ਹੈ, ਆਪੇ ਗੁਰੂ ਘਰ ਆ ਜਾਂਦਾ ਹੈ। ਹੁਣ ਇਹ ਪੰਥ ਦੀ ਸੰਭਾਲ ਕਰ, ਇਸ ਮਾਰਗ ਤੇ ਤੁਰ, ਫਿਰ ਗੁਰੂ ਘਰ ਆਉਣਾ, ਸੰਗਤ ਵਿੱਚ ਆਉਣਾ ਤੇਰੇ ਵਾਸਤੇ ਕਠਿਨ ਹੋ ਜਾਏਗਾ, ਮੁਸ਼ਕਲ ਹੋ ਜਾਏਗਾ। ਅਜੇ ਤੇਰੇ ਕੋਲ ਵਕਤ ਹੈ, ਇਸ ਤੋਂ ਪਹਿਲਾਂ ਕਿ ਬੁਢੇਪਾ ਆ ਜਾਏ, ਭਾਵ ਸੂਰਜ ਡੁੱਬਣ ਲੱਗ ਜਾਏ, ਸ਼ਾਮਾਂ ਪੈ ਜਾਣ, ਤੂੰ ਯਾਦ ਰੱਖ ਰਸਤੇ ਦੀ ਸੰਭਾਲ ਕਰ, ਪੰਥ ਉੱਤੇ ਤੁਰ, ਉਹ ਮਾਰਗ ਤੇ ਤੁਰ ਜਿਹੜਾ ਪਰਮਾਤਮਾ ਵੱਲ ਜਾਂਦਾ ਹੈ। ਇਸੇ ਗੱਲ ਨੂੰ ਬਾਬਾ ਕਬੀਰ ਸਾਹਿਬ ਨੇ ਕਿਹਾ ਕਿ ਜਬ ਲੰਗ ਜਰਾ ਰੋਗ ਨਹੀਂ ਆਇਆ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਇਹ ਤੋਂ ਪਹਿਲਾਂ ਕਿ ਬੁਢੇਪਾ ਆ ਜਾਏ, ਅੱਖਾਂ ਦੀ ਰੋਸ਼ਨੀ ਘਟ ਜਾਣੀ ਹੈ, ਸਰੀਰ ਕਮਜ਼ੋਰ ਹੋ ਜਾਣਾ, ਪਹਿਲਾਂ ਸੰਗਤ ਵਿੱਚ ਜਾਇਆ ਕਰ, ਬੈਠਿਆ ਕਰ, ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਸਰੀਰ ਤੰਦਰੁਸਤ ਹੈ, ਸੰਗਤ ਵਿੱਚ ਆਵੋ ਤਾਂ ਗੱਲਾਂ ਕਰਕੇ ਨਾ ਜਾਇਆ ਕਰੋ, ਇੱਥੇ ਰੱਜ ਕੇ ਲਾਹਾ ਲਓ, ਸੁਰਤ ਜੋੜ ਕੇ ਕਿਹਾ ਕਰੋ ਸਤਨਾਮ ਸ੍ਰੀ। ਤਾਂ ਹਜ਼ੂਰ ਨੇ ਕਿਹਾ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਿਨ੍ਹਾਂ ਨੂੰ ਬਾਣੀ ਯਾਦ ਹੋਵੇ ਨਾਲ ਪੜਿਓ, ਤੁਹਾਡੀ ਹਾਜ਼ਰੀ ਲੱਗੇਗੀ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਸ਼ੇਖ ਫਰੀਦਾ ਪੰਥ ਸੁਮਾਰ ਸਵੇਰਾ, ਰਸਤੇ ਦੀ ਭਾਲ ਕਰ ਭਾਈ, ਤੁਰ ਪਾ ਉਸ ਰਸਤੇ ਤੇ। ਖੈਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਥ ਔਰ ਗ੍ਰੰਥ ਦੀ ਇਕੱਠੀ ਸ਼ੁਰੂਆਤ ਕੀਤੀ। ਜੇ ਆਪਾਂ ਦੋਵਾਂ ਦੇ ਸਾਧ ਸੰਗਤ, ਮੈਂ ਸੁਰਤ ਤੁਹਾਡੀ ਪ੍ਰਕਾਸ਼ ਤੱਕ ਲੈ ਕੇ ਜਾਣੀ, ਪਰ ਉਸ ਤੋਂ ਪਹਿਲਾਂ ਵੇਸ ਸਮਝੋ ਕੀ ਹੈ। ਜਿਸ ਸ਼ਬਦ ਗੁਰੂ ਦਾ ਪ੍ਰਕਾਸ਼ ਆਪਾਂ ਕਰ ਰਹੇ, ਮਨਾ ਰਹੇ ਹਾਂ ਪੁਰਬ, ਹਰ ਸਾਲ ਮਨਾਈਦਾ, ਉਹ ਸ਼ਬਦ ਹੈ ਕਿ ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਸਾਧ ਸੰਗਤ ਇਸ ਤਰ੍ਹਾਂ ਹੈ ਜਿਵੇਂ ਕਿਸੇ ਮੰਜ਼ਿਲ ਵੱਲ ਕੋਈ ਮਾਰਗ, ਕੋਈ ਰਸਤਾ ਜਾਂਦਾ ਹੋਵੇ, ਉਹ ਰਸਤਾ ਪੰਥ ਹੈ, ਉਹਦੇ ਉੱਤੇ ਤੁਰਨਾ। ਜੇ ਕੋਈ ਲਿਖਿਆ ਹੋਵੇ ਕਿ ਚੰਡੀਗੜ੍ਹ ਇੰਨੇ ਕਿਲੋਮੀਟਰ ਹੈ, ਫਲਾਨਾ ਸ਼ਹਿਰ ਇੰਨੇ ਕਿਲੋਮੀਟਰ ਹੈ, ਉਹ ਲਿਖਿਆ ਹੋਇਆ ਸਾਧ ਸੰਗਤ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਹੈ। ਇਹ ਯਾਦ ਰੱਖਿਓ, ਗੁਰੂ ਦਾ ਉਪਦੇਸ਼ ਗ੍ਰੰਥ ਹੈ ਤੇ ਮੰਨ ਕੇ ਉਸ ਉਪਦੇਸ਼ ਤੇ ਤੁਰਨਾ ਪੰਥ ਹੈ। ਜਿਹੜਾ ਉਸ ਮਾਰਗ ਤੇ ਮੰਨ ਕੇ ਤੁਰ ਰਿਹਾ ਉਹ ਪੰਥ ਦਾ ਪੰਥੀ ਹੈ। ਜਿਹੜਾ ਉਸ ਨੂੰ ਪੜਨ ਮੰਨਣ ਤੋਂ ਬਾਅਦ ਤੁਰਦਾ ਨਹੀਂ ਤੇ ਸਾਧ ਸੰਗਤ ਤੋਂ ਪੰਥ ਦਾ ਪੰਥੀ ਨਹੀਂ। ਕੱਲਾ ਪਹਿਰਾਵਾ ਪਹਿਨਣ ਨਾਲ ਕੋਈ ਧਰਮੀ ਨਹੀਂ ਹੋ ਸਕੇਗਾ, ਉਹਨੂੰ ਗੁਰੂ ਦੇ ਦਿੱਤੇ ਉਪਦੇਸ਼ ਸ਼ਬਦ ਗ੍ਰੰਥ ਉੱਤੇ ਤੁਰਨਾ ਪਏਗਾ। ਜਦੋਂ ਉਹ ਗ੍ਰੰਥ ਦੇ ਉਪਦੇਸ਼ ਨੂੰ ਮੰਨ ਕੇ ਤੁਰਦਾ ਉਦੋਂ ਉਹ ਪੰਥ ਦਾ ਪੰਥੀ ਹੈ। ਦੋਵੇਂ ਚੀਜ਼ਾਂ ਇਕੱਠੀਆਂ ਸਾਹਿਬ ਨੇ ਤੋਰੀਆਂ। ਗ੍ਰੰਥ ਤੇਰੇ ਉਪਦੇਸ਼ ਵਾਸਤੇ ਆ, ਤੈਨੂੰ ਮਾਰਗ ਦੱਸਦਾ, ਪੰਥ ਦਾ ਭਾਵ ਹੈ ਤੂੰ ਉਹਦੇ ਉੱਤੇ ਤੁਰ ਰਿਹਾ। ਔਰ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇਹਨੂੰ ਬਹੁਤ ਸੌਖੇ ਸ਼ਬਦਾਂ ਵਿੱਚ ਕਿਹਾ। ਕਹਿੰਦੇ ਕਿਸੇ ਮੀਲ ਪੱਥਰ ਤੇ ਲਿਖਿਆ ਹੋਵੇ ਇੰਨੇ ਕਿਲੋਮੀਟਰ ਦਿੱਲੀ ਹੈ, ਇੰਨੇ ਕਿਲੋਮੀਟਰ ਫਲਾਨਾ ਸ਼ਹਿਰ ਹੈ, ਭਾਈ ਜੇ ਕੋਈ ਬੰਦਾ ਉਸ ਨੂੰ ਨਾ ਪੜ੍ਹੇ ਤਾਂ ਉਹ ਰਸਤੇ ਤੋਂ ਭਟਕ ਸਕਦਾ ਹੈ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ, ਤੁਸੀਂ ਕਦੇ ਨਹੀਂ ਕਹੋਗੇ ਫਲਾਨਾ ਬੰਦਾ ਮੰਜ਼ਿਲ ਭਟਕ ਗਿਆ। ਮੰਜ਼ਿਲ ਨਹੀਂ, ਹਮੇਸ਼ਾ ਮਾਰਗ ਭਟਕੀਦਾ। ਜਦੋਂ ਕੋਈ ਖੁੰਝਦਾ ਰਸਤੇ ਤੋਂ ਖੁੰਝਦਾ, ਮੰਜ਼ਿਲ ਨਹੀਂ ਭਟਕਦੀ। ਤੁਹਾਨੂੰ ਮੰਜ਼ਿਲ ਤਾਂ ਯਾਦ ਹੈ, ਤੁਸੀਂ ਕਿੱਥੇ ਜਾਣਾ, ਸਿਰਫ ਤੁਸੀਂ ਰਸਤਾ ਭੁੱਲ ਸਕਦੇ ਹੋ। ਇੱਦਾਂ ਜਦੋਂ ਕਿਸੇ ਨੇ ਮਾਰਗ ਪੰਥ ਤੇ ਰਾਹ ਉੱਤੇ ਚੱਲਣਾ ਹੈ, ਜ਼ਰੂਰੀ ਨਹੀਂ ਕਿ ਹਰ ਇੱਕ ਬੰਦਾ ਜਾਣਕਾਰ ਹੋਵੇ, ਅਣਜਾਣ ਬੰਦੇ ਰਸਤੇ ਤੋਂ ਭਟਕ ਸਕਦੇ ਨੇ। ਇਸ ਲਈ ਦੁਨਿਆਵੀ ਤੌਰ ਤੇ ਵੀ ਵਾਰੀ ਜਿਹੜਾ ਰਸਤਾ ਹੈ ਉਹਦੇ ਉੱਤੇ ਲੋਕਾਂ ਨੇ ਮੀਲ ਪੱਥਰ ਲਾ ਦਿੱਤੇ ਨੇ। ਇੰਨੇ ਕਿਲੋਮੀਟਰ ਫਲਾਨਾ ਸ਼ਹਿਰ ਹੈ, ਅੱਗੇ ਜਾ ਕੇ ਲੈਫਟ ਲਓ, ਰਾਈਟ ਲਓ, ਟਰਨ ਲਓ, ਇਹ ਸਭ ਕੁਝ ਲਿਖਿਆ ਹੈ। ਜੇ ਕੋਈ ਉਸ ਮੀਲ ਪੱਥਰ ਨੂੰ ਪੜ੍ਹੀ ਜਾਵੇ ਇੱਕ ਥਾਂ ਤੇ ਖਲੋ ਕੇ ਕਿ ਇੰਨੇ ਕਿਲੋਮੀਟਰ ਫਲਾਨਾ ਸ਼ਹਿਰ ਹੈ, ਇੰਨੇ ਕਿਲੋਮੀਟਰ, ਉਹ ਪਹੁੰਚ ਨਹੀਂ ਸਕੇਗਾ। ਉਹਨੂੰ ਪਹੁੰਚਣ ਵਾਸਤੇ ਉਹਦੇ ਉੱਤੇ ਤੁਰਨਾ ਪੈਂਦਾ। ਔਰ ਜੇ ਕੋਈ ਨਾ ਪੜ੍ਹੇ ਤਾਂ ਉਹ ਰਸਤਾ ਭਟਕ ਸਕਦਾ। ਹੋ ਸਕਦਾ ਇਹ ਰਸਤਾ ਤਾਂ ਮੁੱਕੇਗਾ ਨਹੀਂ, ਉਹ ਬੰਦਾ ਇੱਥੋਂ ਜੀਰਕਪੁਰ ਪੰਚਕੂਲਾ ਅੱਗੇ ਲੰਘ ਜਾਏਗਾ, ਉਹਨੂੰ ਸ਼ਹਿਰ ਵਿੱਚ ਕਿੱਥੇ ਪਹੁੰਚੇਗਾ। ਸੋ ਪਹਿਲੀ ਗੱਲ ਉਹਨੂੰ ਪੜ੍ਹਨਾ ਪਏਗਾ, ਦੂਜੀ ਗੱਲ ਉਹਨੂੰ ਉਸ ਉੱਤੇ ਤੁਰਨਾ ਪਏਗਾ। ਨਾ ਇਕੱਲਾ ਪੜ੍ਹਨ ਵਾਲਾ ਪਾਸ ਹੋਏਗਾ, ਨਾ ਬਿਨਾਂ ਪੜ੍ਹੇ ਤੋਂ ਕੋਈ ਬੰਦਾ ਸਹੀ ਮੰਜ਼ਿਲ ਤੇ ਪਹੁੰਚੇਗਾ। ਦੋਵੇਂ ਚੀਜ਼ਾਂ ਨੇ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਸੁਣਨ ਤੋਂ ਬਾਅਦ ਤੁਰਨਾ ਪੈਣਾ, ਤੇ ਦੂਜਾ ਸਾਹਿਬ ਨੇ ਕਿਹਾ ਇਕੱਲਾ ਪੜ੍ਹਨ ਨਾਲ ਗੱਲ ਨਹੀਂ ਬਣੇਗੀ, ਪੜ੍ਹਨਾ ਵੀ ਪੈਣਾ ਤੇ ਤੁਰਨਾ ਵੀ ਪੈਣਾ।
ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਪੋਸ਼ਤ ਪੱਥਕ ਤੇ ਮਾਰਗ ਨ ਧਾਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਵਤਨ ਕਹਿ ਜਾਈਏ। ਭਾਈ ਪੱਥਰ ਨੂੰ ਪੜੀ ਜਾਵੇ ਕੋਈ, ਕਿੰਨੇ ਕਿਲੋਮੀਟਰ ਹੈ, ਕਿਵੇਂ ਪਹੁੰਚੇਗਾ। ਕਹਿੰਦੇ ਪੋਸ਼ਤ ਸੁਹਾਗਣ ਕਰਮ ਹੈ ਦੁਹਾਗਣ ਕੇ, ਹਿਰਦੈ ਵਿਚਾਰ ਕਤ ਸੇਜਾ ਬੋਲਾਈਏ। ਕਿਸੇ ਸੁਹਾਗਣ ਭੈਣ ਨੂੰ ਦੂਜੀ ਭੈਣ ਪੁੱਛੇ, ਤੇਰੇ ਬੱਚੇ ਬੜੇ ਆਗਿਆਕਾਰੀ ਨੇ, ਤੇਰਾ ਘਰ ਬੜਾ ਸੁਖੀ ਹੈ, ਤੇਰੇ ਘਰ ਵਿੱਚ ਕਦੇ ਕੱਲ ਕਲੇਸ਼ ਨਹੀਂ, ਮੈਨੂੰ ਦੱਸ, ਤਾਂ ਉਹ ਰਾਹ ਦੱਸੇ, ਤੇ ਪੁੱਛਣ ਤੋਂ ਬਾਅਦ ਉਹ ਮੰਨੇ ਹੀ ਨਾ, ਉਹ ਗੁਣ ਧਾਰਨ ਨਾ ਕਰੇ ਜਿਹੜੇ ਦੂਜੀ ਭੈਣ ਵਿੱਚ ਨੇ। ਦੱਸੋ ਭਾਈ ਉਹਦੇ ਘਰ ਵਿੱਚ ਕਿਵੇਂ ਸੁੱਖ ਹੋ ਸਕਦਾ। ਇੱਕ ਭੈਣ ਤੋਂ ਕੋਈ ਪੁੱਛ ਰਹੀ ਹੈ, ਤੇਰੇ ਬੱਚੇ ਬੜੇ ਲਾਇਕ ਨੇ, ਕਿਵੇਂ ਇਹਨਾਂ ਨੂੰ ਸਮਝਾਉਣੀ ਹੈ, ਉਹਨੇ ਦੱਸ ਦਿੱਤਾ, ਤੇ ਉਹ ਪੁੱਛਣ ਤੋਂ ਬਾਅਦ ਉਹ ਘਰ ਵਿੱਚ ਉਸ ਚੀਜ਼ ਨੂੰ ਲਾਗੂ ਨਾ ਕਰੇ, ਤਾਂ ਕਿਵੇਂ ਘਰ ਸੁਖੀ ਹੋ ਸਕਦਾ। ਕੋਈ ਵੈਦ ਡਾਕਟਰ ਕੋਲ ਮੈਡੀਸਨ ਲੈਣ ਚਲਾ ਜਾਏ, ਲਿਆ ਕੇ ਘਰ ਰੱਖ ਲੈ, ਤੰਦਰੁਸਤ ਕਿਵੇਂ ਹੋ ਸਕਦਾ, ਉਹਨੂੰ ਦਵਾਈ ਖਾਣੀ ਪਏਗੀ। ਇੱਦਾਂ ਭਾਈ ਗੁਰਦਾਸ ਸਾਹਿਬ ਕਹਿੰਦੇ, ਪੋਸ਼ਤ ਹੈ ਵੈਦ ਖਾ ਤੋ ਖੁਦ ਨ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਗਾਏ ਸੁਣੇ ਆਖੇ ਮੀਚੈ ਪਾਈਏ ਨ ਪਰਮ ਪਦ, ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈਐ। ਨਾ ਤੁਹਾਨੂੰ ਕੋਈ ਰਹਿਤ ਮਿਲੀ ਹੈ, ਨਾ ਸਾਧ ਸੰਗਤ ਸਾਡੇ ਵਾਸਤੇ ਕੋਈ ਰਹਿਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਹਾਜ਼ ਨਾ ਤੁਹਾਡੇ ਨਾਲ ਹੈ, ਨਾ ਸਾਡੇ ਨਾਲ ਹੈ। ਭਾਵ ਸੁਣਨ ਵਾਲਿਆਂ ਉੱਤੇ ਵੀ ਤੇ ਸੁਣਾਉਣ ਵਾਲਿਆਂ ਤੇ ਵੀ ਲਾਗੂ ਹੈ। ਦੋਵਾਂ ਨੂੰ ਕਹਿ ਦਿੱਤਾ, ਗਾਏ ਸੁਣੇ ਆਖੇ ਮੀਚੈ। ਸਾਨੂੰ ਕਿਹਾ ਭਾਈ ਤੁਸੀਂ ਸੁਣਾਉਂਦੇ ਹੋ ਗਾ ਕੇ, ਤਾਂ ਕੱਲਾ ਗਾਉਣ ਨਾਲ ਤੁਹਾਡੀ ਗੱਲ ਨਹੀਂ ਬਣਨੀ। ਸੁਣਨ ਵਾਲਿਆਂ ਨੂੰ ਕਿਹਾ ਕੱਲਾ ਸੁਣਨ ਨਾਲ ਨਹੀਂ ਬਣਨਾ। ਮਹਾਰਾਜ ਫਿਰ ਕਹਿੰਦੇ ਦੋਵਾਂ ਨੂੰ ਮਾਰਗ ਤੇ ਤੁਰਨਾ ਪੈਣਾ। ਗਾਏ ਸੁਣੇ ਆਖੇ ਮੀਚੈ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈਏ। ਇਹਨੂੰ ਮਹਾਰਾਜ ਕਈ ਵਾਰ ਹੁਕਮਨਾਮਾ ਬਖਸ਼ਦੇ ਨੇ। ਜਿੱਥੇ ਹਜ਼ੂਰ ਕਹਿਣਗੇ ਗਾਵਿਆ ਸੁਣਿਆ ਤਿਨ ਕਾ, ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰ ਮੰਨੀ। ਭਾਈ ਜਿਹਨੇ ਗੁਰੂ ਦਾ ਹੁਕਮ ਸਤ ਕਰਕੇ ਮੰਨ ਲਿਆ। ਸੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਗ੍ਰੰਥ ਦੀ ਸ਼ੁਰੂਆਤ ਕੀਤੀ, ਉੱਥੇ ਨਾਲ ਪੰਥ ਵੀ ਦਿੱਤਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਫਿਰ ਉਹ ਪੰਥ ਬਿਲਕੁਲ ਨਿਰਮਲ ਨਿਰੱਲਾ, ਦੂਜਿਆਂ ਨਾਲ ਨਹੀਂ ਮਿਲਦਾ। ਉਹ ਰਸਤਾ ਬਿਲਕੁਲ ਦੂਜਿਆਂ ਨਾਲੋਂ ਵੱਖਰਾ। ਤੁਸੀਂ ਕਹੋਗੇ ਵੱਖਰਾ ਰਸਤਾ ਤੋਰਨ ਦੀ ਕੀ ਲੋੜ ਸੀ, ਧਰਮ ਤਾਂ ਪਹਿਲਾਂ ਹੀ ਚੱਲ ਰਹੇ ਸਨ, ਫਿਰ ਗੁਰੂ ਨੂੰ ਵੱਖਰਾ ਪੰਥ ਮਾਰਗ ਤੋਰਨ ਦੀ ਕੀ ਜ਼ਰੂਰਤ ਪੈ ਗਈ। ਬਾਬਾ ਕਬੀਰ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਭਾਈ ਇਹ ਧਰਮ ਦੇ ਮਾਰਗ ਉੱਤੇ ਲੁਟੇਰੇ ਪੈਦਾ ਹੋ ਗਏ ਸੀ, ਇਸ ਲਈ ਗੁਰੂ ਨੇ ਇੱਕ ਵੱਖਰਾ ਮਾਰਗ ਦਿੱਤਾ ਹੈ। ਆ ਭਾਈ ਇਸ ਰਸਤੇ ਤੇ ਜਾਏਗਾ, ਲੁੱਟਿਆ ਨਹੀਂ ਜਾਏਗਾ। ਅਨੇਕਾਂ ਰਸਤੇ ਉਹ ਨੇ ਜਿਨ੍ਹਾਂ ਦੇ ਦੁਨਿਆਵੀ ਤੌਰ ਤੇ ਵੀ ਤੁਹਾਨੂੰ ਡਰ ਲੱਗਦਾ ਹੈ। ਕਈ ਬੰਦੇ ਕਹਿ ਦੇਣਗੇ ਫਲਾਨਾ ਰਸਤਾ ਰਾਤ ਨੂੰ ਸੁਣਨਾ ਹੈ, ਭਾਈ ਉਹ ਲੰਡਨ ਵਾਲੇ ਰਸਤੇ ਨਾਲ ਜਾਈ, ਉੱਥੇ ਲੁੱਟ ਲੈਂਦੇ ਨੇ। ਇੱਦਾਂ ਗੁਰੂ ਨੇ ਲੋਕਾਂ ਨੂੰ ਸੁਚੇਤ ਕੀਤਾ, ਨਿਰਮਲ ਪੰਥ ਤੇ ਨਿਰਾਲਾ ਪੰਥ ਦਿੱਤਾ। ਉਹ ਰਸਤਾ ਜਿਹਦੇ ਉੱਤੇ ਗੁਰੂ ਨੇ ਕਿਹਾ ਹੁਣ ਤੂੰ ਲੁੱਟਿਆ ਨਹੀਂ ਜਾਏਗਾ। ਪਹਿਲੇ ਰਸਤਿਆਂ ਤੇ ਲੋਕ ਲੁੱਟ ਰਹੇ ਸਨ, ਦੁਨੀਆ ਨੂੰ ਕੈਦੀ ਕਰ ਲਿਆ ਸੀ। ਭਗਤ ਕਬੀਰ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਕੈਸਾ ਰਸਤਾ ਸੀ। ਕਬੀਰ ਕਾਗਦ ਕੀ ਓਬਰੀ, ਓਬਰੀ ਦਾ ਅਰਥ ਕਿਲਾ, ਕੈਦ, ਜੇਲ੍ਹ। ਕਹਿੰਦੇ ਧਰਮ ਦੇ ਨਾਮ ਉੱਤੇ ਪੰਡਤ ਨੇ ਕੈਦ ਬਣਾ ਦਿੱਤੀ ਲੋਕਾਂ ਵਾਸਤੇ, ਜੇਲ੍ਹ ਬਣਾ ਦਿੱਤੀ। ਜੇਲ੍ਹ ਕੈਦ ਉਹਨੂੰ ਕਹਿੰਦੇ ਨੇ ਜਿੱਥੇ ਨਾ ਕੋਈ ਆਪਣੀ ਆਗਿਆ ਤੋਂ ਬਗੈਰ ਆ ਸਕਦਾ ਤੇ ਨਾ ਕੋਈ ਆਪਣੀ ਮਰਜ਼ੀ ਨਾਲ ਬਾਹਰ ਜਾ ਸਕਦਾ, ਨਾ ਉਹਦੀ ਬਾਹਰ ਜਾਣ ਦੀ ਕੋਈ ਮਰਜ਼ੀ ਹੈ, ਨਾ ਅੰਦਰ ਆਉਣ ਦੀ ਮਰਜ਼ੀ। ਉਹਨੇ ਬਾਹਰ ਜਾਣਾ ਤਾਂ ਵੀ ਆਗਿਆ ਚਾਹੀਦੀ ਹੈ, ਅੰਦਰ ਆਉਣਾ ਤਾਂ ਵੀ ਆਗਿਆ ਚਾਹੀਦੀ। ਉਹਨੂੰ ਕੈਦ ਕਹਿੰਦੇ ਨੇ। ਜਿਹਨੂੰ ਅੰਦਰ ਬਾਹਰ ਜਾਣ ਵਾਸਤੇ ਆਗਿਆ ਲੈਣੀ ਪਏ ਉਹਨੂੰ ਕੈਦੀ ਕਹਿੰਦੇ ਨੇ। ਕਹਿੰਦੇ ਨੇ ਧਰਮ ਦੀ ਦੁਨੀਆ ਦੇ ਅੰਦਰ ਕਾਗਜ਼ਾਂ ਦੀ, ਗ੍ਰੰਥਾਂ ਬਣਾ ਕੇ ਗ੍ਰੰਥ ਲੋਕਾਂ ਨੇ ਕੈਦ ਕਰ ਲਿਆ ਲੋਕਾਂ ਨੂੰ। ਬਈ ਸਾਡੇ ਮੁਤਾਬਕ ਜੱਗ ਕਰੋਗੇ ਤਾਂ ਬਚੋਗੇ, ਸਾਡੇ ਮੁਤਾਬਕ ਆ ਕਰੋਗੇ ਤਾਂ ਬਚੋਗੇ। ਉਹ ਲੋਕਾਂ ਨੂੰ ਇਸ ਤਰ੍ਹਾਂ ਕੈਦ ਕਰ ਲਿਆ। ਮਸ ਕੇ ਕਰਮ ਕਪਾਟ, ਅੱਖਰਾਂ ਸਿਆਹੀ ਦੇ ਉਹਨੂੰ ਦਰਵਾਜ਼ੇ ਲਾ ਦਿੱਤੇ, ਉਹਨਾਂ ਤੋਂ ਬਗੈਰ ਤੁਸੀਂ ਚੱਲ ਹੀ ਨਹੀਂ ਸਕੋਗੇ। ਪਾਹਨ ਬੋਰੀ ਪ੍ਰਥਮੀ, ਪੰਡਤ ਪਾੜੀ ਬਾਟ। ਕਹਿੰਦੇ ਲੋਕਾਂ ਦੇ ਗਲ ਪੱਥਰ ਬੰਨ ਕੇ ਡੋਬ ਦਿੱਤੇ ਲੋਕ। ਤੇ ਭਗਤ ਕਬੀਰ ਸਾਹਿਬ ਕਹਿੰਦੇ ਪੰਡਤ ਨੇ ਪਾੜੀ ਬਾਟ ਦਾ ਅਰਥ ਹੈ ਰਸਤਾ ਭਟਕਾ ਦਿੱਤੇ। ਉਹ ਲੁੱਟਣ ਵਾਲੇ ਰਾਹ ਤੇ ਦੁਨੀਆ ਨੂੰ ਪਾ ਦਿੱਤਾ।
ਅੱਜ ਵੀ ਤੁਸੀਂ ਵੇਖੋਗੇ ਜਿਹੜੇ ਗੁਰੂ ਨਾਲੋਂ ਟੁੱਟੇ ਨੇ ਸਾਧ ਸੰਗਤ, ਉਹਨਾਂ ਨੂੰ ਪੰਡਤਾਂ ਕੋਲੋਂ ਪੁੱਛ ਕੇ ਚੱਲਣਾ ਪੈਂਦਾ। ਆ ਮਹੂਰਤ ਦੱਸਿਓ ਜੀ, ਸ਼ੁਭ ਸ਼ੁਭ ਤਿਨੀ ਨੀਂਹ ਪੱਥਰ ਰੱਖਣੇ, ਬੱਚੇ ਦਾ ਵਿਆਹ ਦਾ ਸਾਹਾ ਕਢਾਉਣਾ, ਉਹ ਪੁੱਛਦੇ ਫਿਰਦੇ ਨੇ। ਜੇ ਉਹਨਾਂ ਨੂੰ ਕੋਈ ਕਹਿ ਦੇ ਅੱਜ ਮੰਗਲਵਾਰ ਤੁਹਾਡੇ ਵਾਸਤੇ ਸਹੀ ਨਹੀਂ, ਉਹ ਵਿਚਾਰੇ ਕਹਿੰਦੇ ਨੇ ਮਹੂਰਤ ਕੱਢ ਦਿਓ ਜੀ। ਕਿਸੇ ਬੱਚੇ ਦਾ ਜਨਮ ਮੰਗਲਵਾਰ ਹੋ ਜਾਏ, ਕਹਿੰਦੇ ਮੰਗਲੀਕ ਹੋ ਗਿਆ। ਗੁਰੂ ਤੋਂ ਟੁੱਟੇ ਹੋਏ ਲੋਕ ਇੰਨੇ ਡਰੇ ਹੋਏ ਨੇ, ਅੱਜ ਵੀ ਕੈਦ ਵਿੱਚ, ਵਹਿਮਾਂ ਭਰਮਾਂ ਦੀ ਕੈਦ ਵਿੱਚ ਰਹਿੰਦੇ ਨੇ। ਜੇ ਕੋਈ ਮਾਈ ਸ਼ਨੀਵਾਰ ਵੀਰਵਾਰ ਕੇਸ ਨਹਾ ਲੈ, ਘਰ ਦੀਆਂ ਕਈ ਵਹਿਮਾਂ 'ਚ ਫਸੀਆਂ ਬੀਬੀਆਂ ਕਹਿਣਗੀਆਂ ਤੂੰ ਅੱਜ ਵਾਲ ਕਿਉਂ ਧੋ ਲੈ, ਕੇਸ ਕਿਉਂ ਨਹਾ ਲੈ, ਅੱਜ ਤਾਂ ਸ਼ਨੀਵਾਰ ਹੈ। ਇੱਥੋਂ ਤੱਕ ਰਸਤੇ 'ਚੋਂ ਕੋਈ ਬਿੱਲੀ ਕੱਟ ਜਾਏ, ਕਾਲੀ ਬਿੱਲੀ ਲੰਘ ਜਾਏ, ਉਹ ਵਿਚਾਰੇ ਭਰਮ ਵਿੱਚ ਸੋਗ ਵਿੱਚ ਪੈ ਜਾਂਦੇ ਨੇ, ਰਾਹ ਕੱਟ ਦਿੱਤਾ ਬਿੱਲੀ ਨੇ, ਉਹ ਭਰਮਾਂ ਵਿੱਚ ਰਹਿੰਦੇ ਨੇ। ਮੈਨੂੰ ਇੱਕ ਸੱਜਣ ਕਪੂਰਥਲੇ ਮਿਲੇ, ਦੇਖੋ ਭਰਮ ਕਿੱਦਾਂ ਦੀ ਕੈਦ ਹੈ ਸਾਧ ਸੰਗਤ। ਉਹ ਮਾਈ ਕਹਿੰਦੀ ਭਾਈ ਸਾਹਿਬ ਅਸੀਂ ਅੰਮ੍ਰਿਤਧਾਰੀ ਹਾਂ, ਗੁਰੂ ਨੂੰ ਮੰਨਣ ਵਾਲੇ, ਪਰ ਸਾਡੇ ਨਾਲ ਇਸ ਤਰ੍ਹਾਂ ਹੋ ਗਿਆ, ਆਂਢ ਗੁਆਂਢ ਜਿੰਨੀਆਂ ਮਾਈਆਂ ਜਦੋਂ ਅਸੀਂ ਬੈਠੀ ਦਾ ਉਹ ਵਹਿਮ ਭਰਮ ਦੀ ਗੱਲ ਕਰਦੀਆਂ, ਮੋਹਰਿਓਂ ਕਾਲੀ ਬਿੱਲੀ ਲੰਘ ਗਈ, ਹਾਏ ਅਪਸ਼ਗਨ ਹੋ ਗਿਆ, ਫਲਾਨੇ ਦਾ ਇੱਦਾਂ ਨੁਕਸਾਨ ਹੋ ਗਿਆ। ਕਹਿੰਦੀ ਅਸੀਂ ਕਿਹਾ ਅਸੀਂ ਤੇ ਨਹੀਂ ਮੰਨਦੇ। ਇੱਕ ਦਿਨ ਕਹਿੰਦੀ ਮੈਂ ਤੇ ਮੇਰੇ ਸਰਦਾਰ ਜੀ ਸਕੂਟਰ ਕੱਢਿਆ, ਘਰੋਂ ਨਿਕਲਣ ਲੱਗੇ, ਮੋਹਰਿਓਂ ਕਾਲੀ ਬਿੱਲੀ ਲੰਘ ਗਈ। ਤੇ ਉਹ ਮਾਈ ਕਹਿੰਦੀ ਭਾਈ ਸਾਹਿਬ ਮੇਰੇ ਮਨ 'ਚ ਭਰਮ ਆ ਗਿਆ, ਵੀ ਏਦਾਂ ਮਾਈਆਂ ਕਹਿੰਦੀਆਂ ਹੁੰਦੀਆਂ ਕਿਤੇ ਕੁਛ ਹੋ ਨਹੀਂ ਨਾ ਜਾਏ, ਕਿਤੇ ਕੋਈ ਨੁਕਸਾਨ ਹੀ ਨਾ ਹੋ ਜਾਏ, ਬਿੱਲੀ ਨੇ ਰਾਹ ਜੂ ਕੱਟ ਦਿੱਤਾ। ਜਦੋਂ ਮਨ ਵਿੱਚ ਭਰਮ ਆਇਆ, ਉਦੋਂ ਯਾਦ ਰੱਖਿਓ, ਜੇ ਪ੍ਰਤੀਤ ਤੋਂ, ਵਿਸ਼ਵਾਸ ਤੋਂ, ਭਰੋਸੇ ਤੋਂ ਤੁਸੀਂ ਥਿੜਕ ਗਏ, ਫਿਰ ਗੁਰੂ ਨੇ ਤੁਹਾਡੇ ਲਈ ਕੰਮ ਨਹੀਂ ਕਰਨਾ। ਉਹ ਚੀਜ਼ ਹੋ ਕੇ ਰਹੇਗੀ ਜਿਹੜੀ ਮਨ ਵਿੱਚ ਆ ਗਈ ਹੈ। ਜਿਹੜਾ ਭਰਮ ਮਨ ਵਿੱਚ ਪੈ ਗਿਆ ਉਹ ਤੁਹਾਨੂੰ ਨੁਕਸਾਨ ਦੇਗਾ। ਜਦੋਂ ਮਨ 'ਚ ਭਰਮ ਆਇਆ ਕੁਝ ਹੋ ਨਹੀਂ ਨਾ ਜਾਏ, ਉਹ ਕਹਿੰਦੀ ਭਾਈ ਸਾਹਿਬ ਅਜੇ ਅਸੀਂ ਰੇਲ ਕੋਚ ਫੈਕਟਰੀ ਲੰਘੇ ਸੀ, ਇੰਨੇ ਨੂੰ ਅਚਾਨਕ ਮੋਰੇ ਗੱਡੀ ਵਾਲੇ ਨੇ ਬ੍ਰੇਕ ਮਾਰ ਦਿੱਤੀ, ਮੈਂ ਤੇ ਮੇਰੇ ਸਰਦਾਰ ਜੀ ਸਕੂਟਰ ਤੋਂ ਡਿੱਗ ਗਏ, ਰਗੜਾਂ ਲੱਗੀਆਂ, ਸੱਟਾਂ ਲੱਗੀਆਂ, ਘਰ ਆ ਗਏ, ਉਂਝ ਬਚਾਅ ਹੋ ਗਿਆ, ਕੋਈ ਵੱਡੀ ਸੱਟ ਨਹੀਂ ਲੱਗੀ। ਤੇ ਕਹਿੰਦੀ ਜਦੋਂ ਘਰ ਆਏ ਅਸੀਂ ਆਂਢ ਗੁਆਂਢ 'ਚ ਰੌਲਾ ਪੈ ਗਿਆ, ਡਿੱਗ ਪਏ ਨੇ ਫਲਾਨੇ ਸਕੂਟਰ ਤੋਂ, ਗੁਆਂਢਣਾ ਪੁੱਛਣ ਆ ਗਈਆਂ। ਕਹਿੰਦੀ ਜਦੋਂ ਮੈਂ ਉਹ ਮਾਈ ਨੂੰ ਦੱਸਿਆ, ਕਹਿੰਦੀ ਅੱਜ ਸਾਡੇ ਮੋਹਰਿਓਂ ਕਾਲੀ ਬਿੱਲੀ ਲੰਘ ਗਈ, ਉਹ ਨਾਲ ਦੀਆਂ ਬੀਬੀਆਂ ਆਂਢ ਗੁਆਂਢ ਬੋਲੀਆਂ, ਕਹਿੰਦੀ ਅਸੀਂ ਤੈਨੂੰ ਕਹਿੰਦੀਆਂ ਇਹ ਗੱਲ ਹੁੰਦੀ ਆ, ਤੁਸੀਂ ਮੰਨਦੇ ਨਹੀਂ, ਇਹ ਗੱਲਾਂ ਹੁੰਦੀਆਂ ਨੇ। ਮਨ ਦੇ ਅੰਦਰ ਭਰਮ ਪੈ ਗਿਆ। ਜਦੋਂ ਤੁਸੀਂ ਭਰਮ ਦੀ ਕੈਦ ਵਿੱਚ ਚਲੇ ਗਏ, ਫਿਰ ਤੁਸੀਂ ਗੁਲਾਮ ਹੋ ਗਏ। ਹੁਣ ਉਹਦੇ ਹੁਕਮ ਤੋਂ, ਉਹਦੀ ਆਗਿਆ ਤੋਂ ਪਿੱਛੇ ਅੱਗੇ ਨਹੀਂ ਜਾ ਸਕੋਗੇ। ਗੁਰੂ ਨੇ ਸਿੱਖ ਨੂੰ ਆਜ਼ਾਦ ਕੀਤਾ, ਤੂੰ ਭਰਮਾਂ ਦੇ ਗੜ ਚੋਂ ਬਾਹਰ ਨਿਕਲਣੇ, ਫੁੱਟੋ ਅੰਡਾ ਭਰਮ ਕਾ ਮਨੇ ਭਇਆ ਪ੍ਰਗਾਸ, ਗੁਰ ਕੱਟੀ ਬੇੜੀ ਪੱਗੇ ਤੇ ਕਿੰਨੀ ਬੰਦ ਖਲਾਸ। ਗੁਰੂ ਸਿੱਖ ਦੇ ਪੈਰ ਦੀ ਕੈਦ ਬੇੜੀਆਂ ਕੱਟ ਦਿੰਦਾ। ਸਿੱਖਾ ਤੂੰ ਫਿਰ ਨਰਾਲੇ ਪੰਥ ਦਾ ਪੰਥੀ ਹੋ ਗਿਆ, ਤੂੰ ਨਿਰਮਲ ਪੰਥ ਦਾ ਪੰਥੀ ਹੋ ਗਿਆ। ਜਿਹੜਾ ਗੁਰੂ ਨੇ ਨਿਰਾਲਾ ਪੰਥ ਤੋਰਿਆ, ਜਿਹਦੇ ਵਿੱਚ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ, ਕੱਲਾ ਪ੍ਰਕਾਸ਼ ਪੁਰਬ ਮਨਾਉਣਾ ਨਹੀਂ, ਜਦੋਂ ਮਨਾਉਂਦਿਆਂ ਬਾਣੀ ਦਾ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਪੁੱਛ ਕੇ ਗੁਰੂ ਦੇ ਮਾਰਗ ਤੇ ਤੁਰ ਪਏ, ਉਦੋਂ ਫਿਰ ਤੁਹਾਨੂੰ ਯਾਦ ਰਹੇਗਾ ਕੋਈ ਦਿਨ ਮਾੜਾ ਨਹੀਂ ਹੈ, ਕੋਈ ਮੁਹੂਰਤ ਮਾੜਾ ਨਹੀਂ ਹੈ, ਕੋਈ ਸਗਨ ਅਪਸਗਨ ਨਹੀਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਉਪਦੇਸ਼ ਦੇਣ ਲੱਗ ਪੈਣਗੇ ਕਿ ਮਹਾਂ ਦਿਵਸ ਮੂਰਤ ਭਲੇ, ਪੜੋ ਮਹਾਂ ਦਿਵਸ ਮੂਰਤ ਭਲੇ, ਮਹਾਂ ਦਿਵਸ ਮੂਰ। ਭਾਈ ਦਿਨ ਮਹੀਨਾ ਮਹੂਰਤ ਸਭ ਭਲੇ ਹੀ ਆ, ਕਦੋਂ? ਜਦੋਂ ਵਾਹਿਗੁਰੂ ਚੇਤੇ ਆਉਂਦਾ। ਪੜੋ ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਭਾਈ ਰੱਬ ਚੇਤੇ ਆਵੇ, ਕੋਈ ਸਗਨ ਅਪਸਗਨ। ਸਾਹਿਬ ਨੇ ਕਿਹਾ ਸਗਨ ਅਪਸਗਨ ਤਿਸ ਕੋ ਲੱਗੈ। ਲੱਗਦੇ ਆ ਲੋਕਾਂ ਨੂੰ, ਅਪਸਗਨ ਵੀ ਲੱਗਦਾ ਭਾਈ, ਵੀ ਅਪਸ਼ਗਨ ਹੋ ਗਿਆ। ਕਿਹਨਾਂ ਵਾਸਤੇ ਹੈ? ਤੁਹਾਡੇ ਵਾਸਤੇ ਨਹੀਂ ਹੈ, ਉਹ ਉਹਨਾਂ ਵਾਸਤੇ ਆ ਜਿਸ ਚੀਤ ਨ ਆਵੇ। ਸਗਨ ਅਪਸਗਨ ਤਿਸ ਕੋ ਲੱਗੈ, ਜਿਸ ਚੀਤ ਨ ਆਵੇ। ਜਿਹਨੂੰ ਰੱਬ ਚੇਤੇ ਨਹੀਂ, ਜਿਹਨੂੰ ਵਾਹਿਗੁਰੂ ਦਾ ਉਪਦੇਸ਼ ਯਾਦ ਨਹੀਂ, ਯਾਦ ਰੱਖਿਓ ਉਹਨੂੰ ਸਗਨ ਵੀ ਹੈ, ਅਪਸਗਨ ਵੀ ਹੈ, ਉਹਨੂੰ ਨਜ਼ਰ ਵੀ ਲੱਗਦੀ ਹੈ, ਉਹਦੇ ਲਈ ਦਿਨ ਚੰਗੇ ਮਾੜੇ ਵੀ ਨੇ। ਇਸ ਲਈ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਤੂੰ ਗੁਰੂ ਦੇ ਮਾਰਗ ਤੇ ਗ੍ਰੰਥ ਨੂੰ ਪੁੱਛ ਕੇ ਚੱਲਣਾ, ਫਿਰ ਤੂੰ ਸਮਝੋ ਪੰਥ ਦਾ ਪੰਥੀ ਹੋ ਗਿਆ। ਗ੍ਰੰਥ ਤੇ ਪੰਥ ਇਕੱਠੇ ਹੀ ਦਿੱਤੇ, ਇਹਨੂੰ ਗੁਰੂ ਨੇ ਨਿਰਾਲਾ ਪੰਥ ਕਿਹਾ। ਜਦੋਂ ਨਿਰਾਲੇ ਚੱਲੋਗੇ ਲੋਕਾਂ ਨੂੰ ਚੰਗੇ ਨਹੀਂ ਲੱਗੋਗੇ। ਇਹ ਠੀਕ ਹੈ
ਪੜ੍ਹੀ ਲਿਖੀ ਨੌ ਨਾਲ ਕੋਈ ਸੱਸ ਨਾਰਾਜ਼ ਹੋ ਸਕਦੀ ਹੈ, ਤੂੰ ਤਾਂ ਸ਼ਨੀਵਾਰ ਮੰਗਲਵਾਰ ਦੀ ਵਿਚਾਰ ਹੀ ਨਹੀਂ ਕਰਦੀ, ਤੂੰ ਤੇ ਸ਼ਨੀਵਾਰ ਵੀ ਕੇਸ ਧੋ ਲੈਂਦੀ ਹੈ, ਤੂੰ ਤੇ ਸਗਨ ਅਪਸਗਨ ਦੀ ਵਿਚਾਰ ਨਹੀਂ ਕਰਦੀ। ਸਾਧ ਸੰਗਤ ਨਰਾਲੇ ਚੱਲੋਗੇ, ਲੋਕਾਂ ਨੂੰ ਪਸੰਦ ਨਹੀਂ ਆਉਂਗੇ, ਇਹ ਤੁਹਾਡੇ ਨਾਲ ਨਹੀਂ। ਸਾਹਿਬ ਨੇ ਬਾਣੀ ਅੰਦਰ ਕਿਹਾ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਸੱਚ ਦੇ ਮਾਰਗ ਤੇ ਤੁਰੋਗੇ, ਝੂਠੇ ਬੰਦੇ ਤੁਹਾਡੇ ਨਾਲ ਈਰਖਾ ਵੀ ਕਰ ਸਕਦੇ। ਇਸ ਨਰਾਲੇ ਪੰਥ ਨੂੰ ਵੇਖ ਕੇ, ਨਿਰਮਲ ਪੰਥ ਦੀ ਤਕਲੀਫ ਬਹੁਤਿਆਂ ਨੂੰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਜੋਗੀਆਂ ਨੂੰ ਹੋਈ, ਇਕੱਠੇ ਹੋ ਗਏ ਜੋਗੀ। ਜਦੋਂ ਪਾਤਸ਼ਾਹ ਨੇ ਨਾਨਕ ਮਤੇ ਰਹਿਣ ਉਹ ਜਗ੍ਹਾ ਤੇ ਜਿੱਥੇ ਗੋਰਖ ਮਤੇ ਦਾ ਟਿੱਲਾ ਸੀ, ਜਿਹੜਾ ਗੋਰਖ ਦੀ ਰਹਿ ਸੀ, ਜਿੱਥੇ ਲੋਕ ਗੋਰਖ ਦੀ ਮਤ ਨੂੰ ਮੰਨਦੇ ਸੀ, ਪਾਤਸ਼ਾਹ ਨੇ ਐਸਾ ਨਰਾਲੇ ਪੰਥ ਸ਼ਬਦ ਦਾ ਪ੍ਰਕਾਸ਼ ਕੀਤਾ। ਸ਼ਬਦ ਦੇ ਪ੍ਰਕਾਸ਼ ਨਾਲ ਲੋਕਾਂ ਦੀ ਮਤ ਉਜਲੀ ਹੋ ਗਈ ਤੇ ਉਹਨਾਂ ਗੋਰਖ ਮਤੇ ਭਾਵ ਗੋਰਖ ਦੀ ਮਤ ਛੱਡ ਕੇ ਗੁਰੂ ਨਾਨਕ ਦੀ ਮਤ ਲੈ ਲਈ। ਉਹ ਜਗ੍ਹਾ ਦਾ ਨਾਮ ਪੈ ਗਿਆ ਨਾਨਕ ਮਤਾ। ਗੋਰਖ ਦੀ ਮਤ ਲੋਕ ਮੰਨਣੋਂ ਹਟ ਗਏ, ਗੁਰੂ ਨਾਨਕ ਸਾਹਿਬ ਦੀ ਮਤ ਧਾਰਨ ਕਰ, ਉਹ ਜਗ੍ਹਾ ਦਾ ਨਾਮ ਗੁਰੂ ਨਾਨਕ ਮਤਾ ਪੈ ਗਿਆ। ਤੇ ਜਦੋਂ ਪਾਤਸ਼ਾਹ ਦੂਜੀ ਵਾਰ ਸੁਮੇਰ ਪਰਬਤ ਗਏ, ਉੱਥੇ ਸਿੱਧ ਜੋਗੀ ਇਕੱਠੇ ਹੋ ਗਏ। ਉਹਨਾਂ ਕਿਹਾ, ਇੰਨੀ ਛੋਟੀ ਉਮਰ ਦਾ ਨਾਨਕ ਜਿਹਨੇ ਆਪਣੀ ਮਤ ਦਾ ਪ੍ਰਕਾਸ਼ ਕੀਤਾ, ਗੋਰਖ ਦੀ ਮਤ ਉੱਥੇ ਲੋਕਾਂ ਨੂੰ ਮੰਨਣ ਤੋਂ ਹਟਾ ਦਿੱਤਾ, ਇਹਨੂੰ ਆਪਣੇ ਪੰਥ ਵਿੱਚ ਲਿਆਓ, ਇਹ ਤਾਂ ਸਾਡੇ ਪੰਥ ਨੂੰ ਬੜਾ ਉੱਚਾ ਲੈ ਜਾਏਗਾ ਜੋਗੀਆਂ ਦੇ ਨੂੰ। ਕਿਉਂ ਸਾਡੀ ਉਮਰ 150-200 ਸਾਲ ਦੀ ਹੋ ਗਈ, ਜੇ ਅਸੀਂ ਸਿਆਣੀ ਗੱਲ ਵੀ ਕਰੀਏ ਲੋਕੀ ਕਹਿਣਗੇ ਤਾਂ ਬੁੱਢੇ ਹੋ ਗਏ ਨੇ। ਬੁੱਢੇ ਹੋ ਕੇ ਵੈਸੇ ਬੰਦੇ ਨੂੰ ਅਕਲ ਆ ਜਾਂਦੀ ਹੈ, ਪਰ ਗੁਰੂ ਨਾਨਕ ਤਾਂ ਜੇ ਕੱਕੀ ਕਾਲੀ ਦਾੜੀ ਹੈ ਗੁਰੂ ਨਾਨਕ ਦੀ, ਇਹਨਾਂ ਨੂੰ ਆਪਣੇ ਪੰਥ 'ਚ ਲਿਆਈਏ, ਬੜਾ ਉਜਾਲਾ ਕਰੇਗਾ। ਫਿਰ ਸਿੱਧਾਂ ਨੇ ਕੀ ਕੀਤਾ, ਕਰਾਮਾਤ ਨਾਲ ਗੁਰੂ ਨਾਨਕ ਨੂੰ ਆਪਣੇ ਪੰਥ ਵਿੱਚ ਲਿਆਉਣਾ ਚਾਹਿਆ। ਭਾਈ ਗੁਰਦਾਸ ਸਾਹਿਬ ਲਿਖਦੇ, ਸਿੱਧੀ ਮਨੈ ਵਿਚਾਰਿਆ ਕਿਵ ਦਰਸ਼ਨ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਿਆਲਾ। ਉੱਥੇ ਵੀ ਪੰਥ ਸਾਡੇ ਰਸਤੇ ਨੂੰ, ਪੰਥ ਨੂੰ, ਮਾਰਗ ਨੂੰ, ਧਰਮ ਨੂੰ ਉਜਾਲਾ ਕਰੇ। ਇੱਕ ਸ਼ਬਦ ਆਇਆ ਦਰਸ਼ਨ। ਦਰਸ਼ਨ ਦਾ ਅਰਥ ਅੱਖਾਂ ਨਾਲ ਦੇਖਣਾ ਨਹੀਂ ਹੁੰਦਾ। ਦਰਸ਼ਨ ਦਾ ਅਰਥ ਹੈ ਸਿਧਾਂਤ ਲੈਣੇ, ਦਰਸ਼ਨ ਦਾ ਅਰਥ ਹੈ ਉਪਦੇਸ਼ ਧਾਰਨ ਕਰਨਾ, ਦਰਸ਼ਨ ਦਾ ਅਰਥ ਹੈ ਜੋ ਅੱਖਾਂ ਨਾਲ ਤੁਸੀਂ ਵੇਖਿਆ, ਤੁਹਾਡੇ ਦਿਮਾਗ, ਤੁਹਾਡੀ ਬੁੱਧੀ ਸੋਚਣ ਤੇ ਮਜਬੂਰ ਹੋ ਜਾਏ, ਉਹਨੂੰ ਕਹਿੰਦੇ ਨੇ ਦਰਸ਼ਨ। ਇਸ ਲਈ ਤੁਸੀਂ ਹਰ ਰੋਜ਼ ਅਰਦਾਸ ਵਿੱਚ ਸੁਣਦੇ ਹੋ, ਜਦੋਂ ਅਰਦਾਸੀਆਂ ਅਰਦਾਸ ਕਰਦੇ ਨਾ, ਉਦੋਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖਲੋ ਕੇ ਪਹਿਲੇ 10 ਪਾਤਸ਼ਾਹੀਆਂ ਦਾ ਨਾਮ ਲੈਣ ਤੋਂ ਬਾਅਦ ਫਿਰ ਅਰਦਾਸੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਸ਼ਬਦ ਪਤਾ ਕੀ ਵਰਤਦਾ, 10 ਪਾਤਸ਼ਾਹੀਆਂ ਕੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉੱਥੇ ਦਰਸ਼ਨ ਤੇ ਦੀਦਾਰ ਵਿੱਚ ਫਰਕ ਹੈ। ਦੀਦਾਰ ਦਾ ਅਰਥ ਹੈ ਅੱਖਾਂ ਨਾਲ ਵੇਖਣਾ, ਦੀਦਾਰ ਦਾ ਅਰਥ ਹੈ ਅੱਖਾਂ ਨਾਲ ਜੋ ਵੇਖਿਆ, ਬਾਹਰੋਂ ਸ਼ਬਦ, ਗ੍ਰੰਥ, ਅੱਖਰ, ਰੁਮਾਲਾ, ਇਹ ਦੀਦਾਰ ਕਰ ਰਹੇ ਹੋ ਤੁਸੀਂ। ਇਹਨੂੰ ਸਾਹਿਬ ਨੇ ਬਾਣੀ ਅੰਦਰ ਕਿਹਾ, ਦੀਦਨ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ। ਅੱਖਾਂ ਨਾਲ ਦੀਦ ਕਰਨਾ ਦੀਦਾਰ, ਤੇ ਦਰਸ਼ਨ ਕੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਉਸ ਉਪਦੇਸ਼ ਨੂੰ ਧਾਰਨ ਕਰਨਾ ਦਰਸ਼ਨ ਹੈ। ਦੀਦਾਰ ਬਾਹਰੋਂ ਤੇ ਦਰਸ਼ਨ ਸਿਧਾਂਤ ਧਾਰਨ ਕਰਨਾ। ਜੋਗੀਆਂ ਨੇ ਸੋਚਿਆ ਕਿਵੇਂ ਨਾਨਕ ਮਹਾਰਾਜ ਸਾਡਾ ਸਿਧਾਂਤ ਲੈਣ, ਇੰਨੀ ਉਮਰ, ਛੋਟੀ ਉਮਰ ਵਿੱਚ ਸਾਡੇ ਸਿਧਾਂਤ ਨੂੰ ਧਾਰਨ ਕਰ ਲੈਣ। ਸਿੱਧੀ ਮਨੈ ਵਿਚਾਰਿਆ ਪੜੋ ਕਿਵ ਦਰਸ਼ਨ ਲੈਵੈ ਬਾਲਾ। ਤੇ ਫਿਰ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਕੀ ਕਰੀਏ, ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਿਆਲਾ। ਜੇ ਸਾਡੇ ਪੰਥ ਚ ਆ ਜਾਏ ਬੜਾ ਉਜਾਲਾ ਕਰੇਗਾ, ਕਿਉਂ ਇਹਦੀ ਉਮਰ ਅਜੇ ਛੋਟੀ ਹੈ, ਲੋਕੀ ਪ੍ਰਭਾਵਿਤ ਹੋਣਗੇ। ਜਿਹਦੀ ਮੱਤ ਲੈ ਕੇ ਗੋਰਖ ਦੀ ਮੱਤ ਲੋਕ ਮੰਨਣੋਂ ਹਟ ਗਏ, ਇਹ ਬਹੁਤ ਵੱਡਾ ਹੈ। ਤੇ ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਵੇਂ ਭਰਮਾਈਏ, ਜੋਗੀਆਂ ਨੇ ਇੱਕ ਕੰਮ ਕੀਤਾ, ਕਹਿੰਦੇ ਕਰਾਮਾਤ ਦਿਖਾਉਨੇ ਆ, ਪ੍ਰਭਾਵਿਤ ਹੋ ਜਾਣਗੇ। ਸਿੱਧ ਜੋਗੀ ਸਿਆਣੇ ਸਨ, ਇੱਕ ਖੱਪਰ ਕੋਲਾ ਦੇ ਕੇ ਕਹਿੰਦੇ ਬਾਬਾ ਪਾਣੀ ਪੀਣਾ, ਉਹ ਨਦੀ ਵਗਦੀ ਹੈ, ਪਾਣੀ ਦੀ ਪਹਿਲਾਂ ਭਰ ਕੇ ਲਿਆਓਗੇ।
ਪਾਤਸ਼ਾਹ ਨੇ ਕਿਹਾ ਮੈਂ ਗੁਰਮੁਖਾਂ ਦੀ ਭਾਲ ਕਰ ਰਿਹਾ, ਸੇਵਾ ਕਰ ਰਿਹਾ। ਭਾਈ ਤੁਸੀਂ ਵੱਡੀਆਂ ਉਮਰਾਂ ਦੇ ਤਪਸਵੀ ਜੋਗੀ ਹੋ, ਲਿਆਓ ਖੱਪਰ ਦਿਓ, ਮੈਂ ਸੇਵਾ ਕਰਨੀ ਚਾਹੁੰਦਾ, ਹੁਣੇ ਪਾਣੀ ਲਿਆਉਣਾ। ਜੋਗੀਆਂ ਨੇ ਪਾਣੀ ਲਿਆਉਣ ਲਈ ਖੱਪਰ ਦੇ ਦਿੱਤਾ। ਨਾਲ ਜੋਗੀਆਂ ਨੇ ਕਰਾਮਾਤ ਕੀਤੀ, ਉਹ ਨਦੀ ਵਿੱਚੋਂ ਪਾਣੀ ਸੁਕਾ ਕੇ ਹੀਰੇ ਮੋਤੀ ਜਵਾਹਰਾਤ ਰਤਨਾਂ ਦੀ ਨਦੀ ਵਗਾ ਦਿੱਤੀ। ਹੁਣ ਗੁਰੂ ਨਾਨਕ ਪ੍ਰਭਾਵਿਤ ਹੋ ਕੇ ਸਾਡੇ ਪੈਰਾਂ 'ਚ ਪੈਣਗੇ, ਅਸੀਂ ਇਹਨੂੰ ਆਪਣਾ ਚੇਲਾ ਬਣਾਵਾਂਗੇ। ਭਾਈ ਗੁਰਦਾਸ ਸਾਹਿਬ ਲਿਖਦੇ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਬਣੇ ਉੱਠ ਚੱਲਾ, ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵੇਹਰ ਲਾਲਾ। ਤੇ ਪਾਤਸ਼ਾਹ ਨੇ ਵੇਖਿਆ ਰਤਨ ਜਵੇਹਰ ਹੀਰੇ ਮੋਤੀਆਂ ਦੀ ਨਦੀ ਵਗਦੀ ਹੈ, ਖਾਲੀ ਮੁੜ ਗਏ। ਸਿੱਧ ਜੋਗੀ ਪੁੱਛਦੇ ਪਾਣੀ ਨਹੀਂ ਲਿਆਂਦਾ? ਸਤਿਗੁਰਾਂ ਕਿਹਾ ਪਾਣੀ ਠੌਰ ਨਹੀਂ ਉਸ ਤਲ, ਬਾਬਾ ਆਇਆ ਪਾਣੀਓ ਪਾਣੀ ਠੌਰ ਨਹੀਂ ਉਸ ਤਲ। ਜੋਗੀ ਕਹਿੰਦੇ ਬਾਬਾ ਹੋਰ ਉੱਥੇ ਕੀ ਸੀ? ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋਰ ਤੋਂ ਮੈਂ ਕੀ ਲੈਣਾ, ਤੁਸੀਂ ਪਾਣੀ ਲੈਣ ਭੇਜਿਆ, ਪਾਣੀ ਨਹੀਂ ਸੀ। ਜੋਗੀ ਬੜੇ ਹੈਰਾਨ ਹੋਏ, ਗ੍ਰਸਤੀ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਤੇ ਹੀਰੇ ਮੋਤੀਆਂ ਦਾ ਕੋਈ ਪ੍ਰਭਾਵ ਨਹੀਂ ਪਿਆ, ਹੀਰੇ ਰਤਨ ਜਵਾਹਰਾਤ ਦੀ ਨਦੀ ਵਗ ਰਹੀ, ਕੋਈ ਪ੍ਰਭਾਵ ਨਹੀਂ। ਜੋਗੀਆਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ। ਓਏ ਜਿਹਨੂੰ ਹੀਰੇ ਮੋਤੀ ਵਿਖਾ ਕੇ ਭਰਮਾਉਣਾ ਚਾਹੁੰਦੇ ਹੋ, ਉਹ ਗੁਰੂ ਤਾਂ ਕਦੋਂ ਦਾ ਸਿੱਖਾਂ ਨੂੰ ਉਪਦੇਸ਼ ਦਿੰਦਾ ਹੈ ਕਿ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ, ਮਤ ਦੇਖ ਭੁੱਲਾ ਵਿਸਰੇ ਤੇਰਾ ਚਿਤ ਨਾ ਆਵੇ ਨਾਓ। ਸਿੱਧ ਜੋਗੀ ਫਿਰ ਪਾਤਸ਼ਾਹ ਤੋਂ ਪ੍ਰਭਾਵਿਤ ਹੋਏ ਤੇ ਗੁਰੂ ਨੇ ਫਿਰ ਸਿੱਧਾਂ ਨੂੰ ਜਿੱਤਿਆ, ਕਰਾਮਾਤ ਨਾਲ ਨਹੀਂ। ਪਤਾ ਕੀ ਲਿਖਿਆ? ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਨਾਲ, ਕਿਉਂਕਿ ਸ਼ਬਦ ਗੁਰੂ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਪਾਤਸ਼ਾਹ ਨੇ ਉਹ ਗ੍ਰੰਥ ਨਾਲ, ਸ਼ਬਦ ਨਾਲ, ਵਿਚਾਰ ਨਾਲ ਜਿੱਤਿਆ ਤੇ ਆਪਣੇ ਪੰਥ ਨੂੰ ਨਿਰਾਲਾ ਕਰ ਦਿੱਤਾ, ਵੱਖਰਾ ਕਰ ਦਿੱਤਾ, ਦੁਨੀਆ ਨਾਲੋਂ ਅਲੱਗ ਦੱਸਿਆ। ਭਾਈ ਇਹਦੇ ਵਿੱਚ ਵਹਿਮ ਭਰਮ ਕੋਈ ਥਾਂ ਨਹੀਂ ਹੈ, ਇਹਦੇ ਵਿੱਚ ਸਗਨ ਅਪਸਗਨ ਨੂੰ ਕੋਈ ਥਾਂ ਨਹੀਂ। ਇਹ ਸਿੱਧਾ ਡਾਇਰੈਕਟ ਤੁਹਾਨੂੰ ਰੱਬ ਤੱਕ ਲੈ ਕੇ ਜਾਏਗਾ। ਤੁਹਾਡੇ ਵਿੱਚ ਤੇ ਰੱਬ ਦੇ ਵਿਚਕਾਰ ਹੋਰ ਕੋਈ ਨਹੀਂ ਆਏਗਾ। ਕਾਗਜ਼ ਕੀ ਓਬਰੀ ਖਤਮ ਕਰ ਦਿੱਤੀ, ਸਿੱਧਾ ਸਾਧ ਸੰਗਤ ਸ਼ਬਦਾਂ ਦੀ ਕੈਦ ਚੋਂ ਕੱਢ ਕੇ ਸਿੱਖ ਨੂੰ ਰੱਬ ਨਾਲ ਜੋੜ ਦਿੱਤਾ। ਤੂੰ ਆਪਣੀ ਅਰਦਾਸ ਆਪੇ ਕਰ ਸਕਦਾ। ਕਿਵੇਂ? ਰੋਜ਼ ਸ਼ਬਦ ਨਾਲ ਜੁੜ ਕੇ ਕਹੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ। ਸਿੱਧੀ ਰੱਬ ਨੂੰ ਅਰਦਾਸ। ਇੱਕ ਵਾਰ ਕਹੋ ਪਿਆਰ ਵਿੱਚ ਆ ਕੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ। ਸਿੱਧਾ ਰੱਬ ਨਾਲ ਜੋੜ ਦਿੱਤਾ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ। ਪੋਥੀਆਂ ਗੁਰੂ ਅੰਗਦ ਦੇ ਮਹਾਰਾਜ ਨੂੰ। ਗੁਰੂ ਅੰਗਦ ਦੇ ਮਹਾਰਾਜ ਬਾਣੀ ਦੀਆਂ ਪੋਥੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਗੁਰੂ ਅਮਰਦਾਸ ਮਹਾਰਾਜ 22 ਸਾਲ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਹੀਂ ਕੀਤੀ। ਪੋਥੀਆਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ। 7 ਸਾਲ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਪਾਦਨਾ ਨਹੀਂ ਕੀਤੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਅਚਾਨਕ ਸੰਪਾਦਨਾ ਕਰਨ ਦਾ ਹੁਕਮ ਕਿਉਂ ਦਿੱਤਾ? ਉਹਦਾ ਇੱਕ ਰੀਜਨ ਸੀ, ਉਸ ਵਕਤ ਬਾਣੀ ਵਿੱਚ ਮਿਲਾਵਟ ਹੋਣ ਲੱਗ ਪਈ ਸੀ। ਪ੍ਰਿਥੀਆ ਕਾ ਪੁੱਤਰ ਮਿਹਰਬਾਨ ਕਰੇ ਕਵਿਸ਼ਨੀ, ਆਪਣੇ ਕੋਲੋਂ ਕਵਿਤਾਵਾਂ ਰਚ ਕੇ ਵਿੱਚ ਮਿਲਾਉਣ ਲੱਗ ਪਿਆ। ਕਈ ਪੰਕਤੀਆਂ ਲੋਕਾਂ ਦੇ ਅੱਜ ਵੀ ਜ਼ੁਬਾਨ ਤੇ ਚੜੀਆਂ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਜਾਂ ਕਹਿਣਗੇ ਸਖੀ ਦੇ ਸੰਤੋਖੀ ਖਾਏ ਕੋ ਨਾਨਕ ਦਰਦੀ ਦਰ ਸਮਾਏ। ਇਹ ਬਾਣੀ ਦੀਆਂ ਪੰਕਤੀਆਂ ਨਹੀਂ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਵੇਖਿਆ ਮਿਲਾਵਟ ਹੈ, ਉਦੋਂ ਪਾਤਸ਼ਾਹ ਨੇ ਸਭ ਸਿੱਖਾਂ ਨੂੰ ਹੁਕਮ ਕੀਤਾ, ਪੋਥੀਆਂ ਗੁੱਟ ਕੇ ਵਾਪਸ ਮੰਗਾਓ। ਜਿਹੜੇ ਸਿੱਖ ਨੇ ਕਾਬਲ ਤੋਂ ਆਏ ਨੇ ਸ਼ਬਦ ਪੜਿਆ, ਉਹਨੂੰ ਸੱਦ ਕੇ ਪੁੱਛਿਆ ਕਿੱਥੋਂ ਸਿੱਖਿਆ? ਉਹਨੇ ਕਿਹਾ ਮਹਾਰਾਜ ਧਰਮਸ਼ਾਲਾ ਵਿੱਚੋਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ
ਤਤਕਾਲ ਹੁਕਮ ਦਿੱਤਾ, ਬਾਣੀ ਦੀਆਂ ਪੋਥੀਆਂ ਦੀ ਸੁਧਾਈ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪਾਦਨਾ ਕੀਤੀ, ਰਾਗਬੱਧ ਕੀਤਾ, ਗਿਣਤੀ ਲਿਖੀ। ਇੱਥੋਂ ਤੱਕ ਸਾਧ ਸੰਗਤ ਤੁਸੀਂ ਦਰਸ਼ਨ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ। ਮੈਂ ਕਈ ਵਾਰ ਲਾਈਵ ਤੋਂ ਬੇਨਤੀ ਕੀਤੀ, ਹਰ ਸਿੱਖ ਨੂੰ ਆਪਣੀ ਜ਼ਿੰਦਗੀ ਹਯਾਤੀ ਵਿੱਚ ਇਹ ਅਰਦਾਸ ਕਰਿਓ, ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਤੁਹਾਨੂੰ ਦਰਸ਼ਨ ਹੋਣ। ਇੱਕੋ ਓਂਕਾਰ ਤੋਂ 18 10 20 ਤੱਕ ਇੱਕ ਸਹਿਜ ਪਾਠ ਜ਼ਿੰਦਗੀ ਵਿੱਚ ਜ਼ਰੂਰ ਕਰਕੇ ਜਾਇਓ। ਉਹ ਵੀ ਸਹਿਜ ਨਾਲ, ਇੱਕ ਅੰਗ 2 ਅੰਗ ਜ਼ਰੂਰ ਸਹਿਜ ਨਾਲ ਪੜੋ, ਕਿਉਂ? ਅਸੀਂ ਦਰਸ਼ਨ ਕਰ ਸਕੀਏ। ਜਿਹਨੂੰ ਗੁਰੂ ਮੰਨਦੇ ਉਹਦੇ ਸੰਪੂਰਨ ਦਰਸ਼ਨ ਹੋਣ। ਪਾਤਸ਼ਾਹ ਨੇ ਇੰਨੀ ਬਰੀਕੀ ਨਾਲ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਇੱਕ ਅੱਖਰ ਵੀ ਸ਼ਬਦ ਇੱਧਰ ਉੱਧਰ ਨਹੀਂ ਕੋਈ ਕਰ ਸਕਦਾ। ਤੁਸੀਂ ਲਿਖਿਆ ਪੜੋਗੇ, ਜਿੱਥੇ ਲਿਖਿਆ ਹੋਏਗਾ ਆਸਾ ਮਹੱਲਾ ਚੌਥਾ, ਕਾਫੀ ਘਰ ਪੰਜਵਾਂ, ਅਸ਼ਟਪਦੀਆਂ, ਮਗਰ ਲਿਖਿਆ ਹੋਣਾ 16। ਉਹਦਾ ਅਰਥ ਹੈ ਵੀ 16 ਅਸ਼ਟਪਦੀਆਂ ਹੈ। ਇੱਕ ਇੱਕ ਅਸ਼ਟਪਦੀ ਜਦੋਂ ਪੂਰੀ ਹੋਣੀ ਹੈ, ਨਾਲ ਲਿਖਿਆ ਹੋਣਾ ਡੰਡੀਆਂ ਪਾ ਕੇ 8 ਅਸ਼ਟਪਦੀ ਪੂਰੀ ਹੋ ਗਈ, ਨਾਲ ਇੱਕ ਅਸ਼ਟਪਦੀ ਹੈ। ਫਿਰ 2 3 ਅਖੀਰ ਤੇ ਜਿੱਥੇ ਅਸ਼ਟਪਦੀਆਂ ਸਰਲੇਖ ਖਤਮ ਹੋਣੇ ਉੱਥੇ ਬ੍ਰੈਕਟ ਵਿੱਚ 16, ਫਿਰ 2 ਡੰਡੀਆਂ ਪਾ ਕੇ ਲਿਖਿਆ ਹੋਣਾ ਜਿੰਨੇ ਸ਼ਬਦ ਹੋ ਗਏ, 300 ਇੰਨੇ, 400 ਇੰਨੇ, ਉੱਥੇ ਸ਼ਬਦ, ਤਾਂ ਜੋ ਇੱਥੋਂ ਤੱਕ ਇੰਨੇ ਸ਼ਬਦ ਹੋ ਗਏ, ਕੋਈ ਵੱਧ ਘੱਟ ਸ਼ਬਦ ਨਾ ਪਾਵੇ। ਇੰਨੀ ਬਰੀਕੀ ਨਾਲ ਰਾਗਬੱਧ, ਔਰ ਜਿਸ ਬਾਣੀ ਨੂੰ ਰਾਗਬੱਧ ਕਰਕੇ ਪਾਤਸ਼ਾਹ ਨੇ ਸੰਪਾਦਨਾ ਕੀਤੀ, ਉਹਦੇ ਵਿੱਚ ਇੱਕ ਸਭ ਤੋਂ ਵੱਡੀ ਵਡਿਆਈ ਰੱਖੀ। ਭਾਈ ਸਿੱਖੋ, ਇਹ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਪ੍ਰਾਪਤ ਹੋਣੀ ਸੀ। ਗੁਰੂ ਗ੍ਰੰਥ ਸਾਹਿਬ ਵਾਹ ਬਾਣੀ ਨਿਰੰਕਾਰ ਹੈ, ਇਸ ਲਈ ਸ਼ੁਰੂਆਤ ਦੇ ਅੰਦਰ ਪਾਤਸ਼ਾਹ ਨੇ ਨਾ ਰਾਗ ਲਿਖਿਆ, ਨਾ ਮਹੱਲਾ ਲਿਖਿਆ, ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਪਤਾ ਕਿੱਥੋਂ ਹੋਈ? ਇੱਕ ਓੰਕਾਰ ਸਤਿਨਾਮ। ਇੱਕ ਦਿਨ ਮੈਂ ਅੱਗੇ ਵੀ ਲਾਈਵ ਵਿੱਚ ਕਿਹਾ, ਪਹਿਲੇ ਅੰਗ ਤੋਂ ਦਰਸ਼ਨ ਕਰਿਓ। ਉੱਥੇ ਤਾਂ ਪਾਤਸ਼ਾਹ ਨੇ ਕਾਲਮ ਵੀ ਖਾਲੀ ਛੱਡ ਦਿੱਤਾ, ਉੱਥੇ ਤਾਂ ਪੇਜ ਅੰਗ ਵੀ ਨਹੀਂ ਲਿਖਿਆ ਹੋਇਆ ਕਿ 1 2 3 4, 2 ਅੰਗ ਤੋਂ 2 ਲਿਖਿਆ। ਪਰ ਇੱਕ ਅੰਗ ਦੇ ਦਰਸ਼ਨ ਕਰਿਓ ਤੁਸੀਂ, ਬਾਣੀ ਪੜ੍ਹਨ ਵਾਲੇ ਬੈਠੇ ਹੋ, ਉੱਥੇ ਕਾਲਮ ਖਾਲੀ ਛੱਡਿਆ, ਉਹਦੇ ਵਿੱਚ ਏਕਾ ਨਹੀਂ ਪਾਇਆ। ਕਿਉਂ? ਭਾਈ ਏਕੇ ਦੇ ਅਰਥ ਨਾ ਕੋਈ ਗਲਤ ਕੱਢ ਲੈ। ਸਿੱਧਾ ਰੱਬ ਦੀ ਸ਼ੁਰੂਆਤ, ਗੁਰੂ ਗ੍ਰੰਥ ਸਾਹਿਬ ਨਿਰੰਕਾਰ ਦੀ ਸ਼ੁਰੂਆਤ ਕਿੱਥੋਂ ਹੋਈ ਸਿੱਖੋ? ਤੁਹਾਡੇ ਸ਼ਬਦ ਗੁਰੂ ਦੀ ਸ਼ੁਰੂਆਤ ਸਿੱਧੀ ਇੱਕ ਓੰਕਾਰ ਸਤਿਨਾਮ। ਆਖੋ ਇੱਕ ਓੰਕਾਰ ਸਤਿਨਾਮ। ਉੱਪਰ ਕਾਲਮ ਖਾਲੀ ਛੱਡ ਦਿੱਤਾ, ਪੇਜ ਅੰਗ ਨੰਬਰ ਨਹੀਂ ਪਾਇਆ। ਕਿਉਂ? ਉਹਦੇ ਅਰਥ ਨਾਲ ਕੋਈ ਗਲਤ ਕਰਨ ਲੱਗ ਜਾਏ। ਕਿਉਂਕਿ ਕਿੱਦਾਂ ਦਾ ਵੀ ਮੱਤ ਚੱਲਿਆ, ਜਿਹੜਾ ਬਾਬਾ ਹੁਣ ਤਾਂ ਉਹ ਜੇਲ੍ਹ ਵਿੱਚ PR ਹੋ ਗਿਆ, ਉਸ ਬਾਬੇ ਨੇ ਏਕਾ ਲਿਖ ਕੇ ਲੋਕਾਂ ਦੇ ਗਲ 'ਚ ਪਾਉਣ ਲੱਗ ਪਿਆ। ਏਕੇ ਦੇ ਤਵੀਤ ਬਣਾ ਕੇ ਨਾ ਲੋਕਾਂ ਦੇ ਗਲ 'ਚ ਪਾ ਦਿੱਤੇ। ਸਾਧ ਸੰਗਤ, ਉਹਦੇ ਨਾਲ ਕੀ ਹੋਣਾ? ਕੋਈ ਏਕਾ ਲਿਖ ਕੇ ਗਲ 'ਚ ਪਾ ਲੈ, ਕੋਈ ਜੋ ਮਰਜ਼ੀ ਗਲ ਵਿੱਚ ਪਾ ਲੈ, ਜਿੰਨੀ ਦੇਰ ਏਕੇ ਨੂੰ ਮੰਨਦਾ ਨਹੀਂ ਉਨੀ ਦੇਰ ਰੱਬ ਤੱਕ ਪਹੁੰਚ ਨਹੀਂ ਸਕੇਗਾ। ਏਕੇ ਦਾ ਤਵੀਤ ਗਲ ਵਿੱਚ ਪਾਉਣ ਨਾਲ ਕੁਝ ਨਹੀਂ ਹੋਏਗਾ। ਜਿਹਨੇ ਏਕੇ ਦੇ ਤਵੀਤ ਲੱਖਾਂ ਲੋਕਾਂ ਦੇ ਗਲ 'ਚ ਪਵਾਏ, ਅੱਜ ਉਹ ਖੁਦ ਬਾਬਾ ਜੇਲ੍ਹ ਵਿੱਚ ਬੈਠਾ, ਪੂਰੀ ਉਮਰ ਕੈਦ ਉਹਨੂੰ ਜੇਲ੍ਹ ਹੋਈ ਹੈ। ਸਾਧ ਸੰਗਤ, ਉਹਦੇ ਉੱਤੇ ਲੱਖਾਂ ਹਜ਼ਾਰਾਂ ਲੋਕਾਂ ਨਾਲ ਫਰਾਡ, ਧੋਖਾ, ਕਤਲ, ਬਲਾਤਕਾਰ ਦੇ ਕੇਸ ਨੇ। ਏਕਾ ਗਲ ਵਿੱਚ ਪਾਉਣ ਨਾਲ ਕੁਝ ਨਹੀਂ ਹੋਏਗਾ, ਏਕਾ ਮਨ ਵਿੱਚ ਵਸਾਉਣਾ ਪੈਂਦਾ ਹੈ। ਤਾਈਓ ਸਾਹਿਬ ਰੋਜ਼ ਸਿੱਖ ਨੂੰ ਯਾਦ ਕਰਾਉਣਗੇ। ਜਪਜੀ ਸਾਹਿਬ ਅੰਦਰ ਤੁਸੀਂ 2 ਵਾਰ ਪੜੋਗੇ, ਜਿੱਥੇ ਗੁਰੂ ਕੋਲੋਂ ਮੰਗਿਆ ਜਾਣਾ, ਪਾਤਸ਼ਾਹ ਮੈਨੂੰ ਅਕਲ ਦਿਓ, ਕਿਹੜੀ? ਮੈਨੂੰ ਇੱਕ ਨਾ ਕਦੇ ਵਿਸਰੇ। ਗਲ ਵਿੱਚ ਨਹੀਂ, ਪਾਤਸ਼ਾਹ ਮਨ ਵਿੱਚ ਵਸ ਜਾਏ। ਰੋਜ਼ ਸਿੱਖ ਨੇ ਮੰਗਣਾ, ਗੁਰਾ ਇੱਕ ਦੇ ਬੁਝਾਈ। ਪੜੋ ਗੁਰਾ ਇੱਕ ਦੇ ਬੁਝਾਈ ਦਾ ਅਰਥ ਅਕਲ। ਕੀ ਮੰਗਿਆ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਇੱਕ, ਸੋ ਮੈਂ ਵਿਸਰ ਨਾ। ਇਹ ਸਿੱਖ ਨੇ ਮੰਗਣਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਇੱਕ ਰਾਤ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋ ਗਏ, ਪ੍ਰਕਾਸ਼ ਕਰਨ ਦੀ ਗੱਲ ਚੱਲੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੌਣ ਕਰੇਗਾ? ਗੁਰੂ ਗ੍ਰੰਥ ਸਾਹਿਬ ਦਾ ਹੁਕਮ ਪੜ੍ਹ ਕੇ ਕੌਣ ਸੁਣਾਏਗਾ? ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਦਿਨ ਪਹਿਲਾਂ ਰਾਤ ਨੂੰ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਕਰ ਰਹੇ ਸਨ। ਪਹਿਲੇ ਪਹਿਰ ਪਾਤਸ਼ਾਹ ਚਲਦਿਆਂ ਚਲਦਿਆਂ, ਜਿੱਥੇ ਸਰੋਵਰ ਦੇ ਕੰਢਿਆਂ 'ਚ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਨਾ, ਉਸ ਵੇਰ ਦੇ ਕੋਲ
ਬਾਬਾ ਬੁੱਢਾ ਸਾਹਿਬ ਚਿੱਟੀ ਚਾਦਰ ਨਾਲ ਸਿਰ ਢਕਿਆ ਹੋਇਆ, ਚੌਂਕੜਾ ਮਾਰ ਕੇ ਬੈਠੇ ਨੇ। ਅੰਮ੍ਰਿਤ ਸਰੋਵਰ ਦੇ ਕੰਢੇ ਰਾਤ ਟਿਕੀ ਹੋਈ ਹੈ। ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ, ਰਾਤ ਸੁਰਤ ਜੋੜ ਕੇ ਅੰਮ੍ਰਿਤ ਸਰੋਵਰ ਦੇ ਕੰਢੇ ਜਪ ਰਹੇ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਕੋਲ ਖਲੋ ਗਏ, ਵੇਖਿਆ ਬਾਬਾ ਬੁੱਢਾ ਸਾਹਿਬ ਹੈ, ਬੜੇ ਪਿਆਰ ਅਦਬ ਨਾਲ ਕਿਹਾ, ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਕੋਲੋਂ ਇੱਕ ਸੇਵਾ ਲੈਣੀ ਹੈ। ਉੱਠ ਖਲੋਤੇ, ਮਹਾਰਾਜ ਇਸ ਵਕਤ ਹੁਕਮ ਕਰੋ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੋਲੇ, ਕਹਿੰਦੇ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਮੰਦਰ ਸਾਹਿਬ ਕਰਨਾ। ਬਾਬਾ ਬੁੱਢਾ ਸਾਹਿਬ ਸਾਡੇ ਮਨ ਦੀ ਇੱਛਾ ਹੈ, ਉਸ ਗ੍ਰੰਥ ਦਾ ਪ੍ਰਕਾਸ਼ ਤੁਹਾਡੇ ਹੱਥਾਂ ਤੁਹਾਡੇ ਕਰ ਕਮਲਾਂ ਨਾਲ ਹੋਣਾ ਚਾਹੀਦਾ, ਉਹਦਾ ਪ੍ਰਕਾਸ਼ ਤੁਸੀਂ ਕਰੋ। ਤੇ ਇਤਿਹਾਸ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਕਹਿੰਦੇ, ਮਹਾਰਾਜ ਮੈਂ ਘਾਹ ਖੋਤਣ ਵਾਲਾ ਬੰਦਾ, ਮਹਾਰਾਜ ਮੈਂ ਅਨਪੜ੍ਹ ਜਿਹਾ ਬੰਦਾ, ਮੈਨੂੰ ਕਿਹੜਾ ਕੋਈ ਗਿਆਨ ਆਉਂਦਾ ਹੈ, ਕਿਸੇ ਗਿਆਨਵਾਨ ਪੜ੍ਹੇ ਗੁਰਸਿੱਖ ਦੀ ਸੇਵਾ ਲਾਓ, ਮੈਨੂੰ ਬੁੱਢੇ ਨੂੰ ਅਨਪੜ੍ਹ ਨੂੰ ਕਿਉਂ? ਮੈਂ ਤੇ ਘਾਹ ਖੋਤਣ ਵਾਲਾ ਹੈ, ਮਹਾਰਾਜ ਮੇਰੇ ਹੱਥਾਂ ਤੋਂ ਪ੍ਰਕਾਸ਼ ਕਿਉਂ? ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਕਹੇ, ਬਾਬਾ ਬੁੱਢਾ ਜੀ ਜਿਹੜੇ ਹੱਥਾਂ ਨਾਲ ਤੁਸੀਂ ਕਹਿੰਦੇ ਹੋ ਮੇਰੇ ਹੱਥ ਤਾਂ ਘਾਹ ਖੋਤਣ ਵਾਲੇ ਨੇ, ਮੇਰੇ ਬੁੱਢੇ ਕੋਲੋਂ ਪ੍ਰਕਾਸ਼ ਕਿਉਂ? ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਜਿਨ੍ਹਾਂ ਦੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਬਾਬਾ ਬੁੱਢਾ ਸਾਹਿਬ ਉਹ ਵੀ ਤਾਂ ਜੋੜੇ ਗੰਢਣ ਵਾਲਿਆਂ ਦੀ ਬਾਣੀ ਹੈ, ਉਹ ਵੀ ਤਾਂ ਹੱਥ ਨਾਲ ਕੱਪੜੇ ਬੁਣਨ ਵਾਲਿਆਂ ਦੀ ਬਾਣੀ ਹੈ, ਉਹ ਵੀ ਤਾਂ ਹੱਥ ਨਾਲ ਕੱਪੜੇ ਸਿਉਣ ਵਾਲੇ ਬਾਬੇ ਨਾਮਦੇਵ ਦੀ ਬਾਣੀ ਹੈ। ਇਸ ਲਈ ਤੁਹਾਡੇ ਹੱਥ ਇੰਨੇ ਸੁੱਚੇ ਨੇ ਬਾਬਾ ਬੁੱਢਾ ਸਾਹਿਬ, ਤੁਹਾਡੇ ਕਰ ਕਮਲਾਂ ਤੋਂ ਪ੍ਰਕਾਸ਼ ਕਰਾਉਣਾ। 98 ਈਅਰ 올ਡ ਭਾਵ 98 ਸਾਲ ਦੀ ਉਮਰ ਬਾਬਾ ਬੁੱਢਾ ਸਾਹਿਬ ਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਤੁਸੀਂ ਪ੍ਰਕਾਸ਼ ਕਰੋ। ਇੱਕ ਨੁਕਤਾ ਤੁਹਾਡੇ ਸਮਕਸ਼ ਕਰਾਂ, ਬਾਬੇ ਬੁੱਢੇ ਕੋਲ ਸ਼ਰਧਾ ਤੇ ਪ੍ਰਤੀਤ ਹੈ, ਜਿਹਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਏ ਨੇ ਨਾ, ਉਹ ਭਾਈ ਗੁਰਦਾਸ ਸਾਹਿਬ, ਉਹਨਾਂ ਕੋਲ ਗਿਆਨ ਹੈ, ਉਹ ਕੰਛੀ ਤੋਂ ਪੜ੍ਹੇ ਹੋਏ ਨੇ, ਜਿਨ੍ਹਾਂ ਕੋਲੋਂ ਪ੍ਰਕਾਸ਼ ਕਰਾਇਆ ਉਸ ਬਾਬੇ ਬੁੱਢੇ ਦੇ ਕੋਲ ਸ਼ਰਧਾ ਤੇ ਪ੍ਰਤੀਤ ਹੈ, ਪ੍ਰੇਮ ਤੇ ਪ੍ਰਤੀਤ ਨਾਲ ਭਰਿਆ। ਦੋਵੇਂ ਚੀਜ਼ਾਂ ਸਿੱਖਾ ਤੇਰੇ ਹਿਰਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਤੇਰੇ ਅੰਦਰ ਗਿਆਨ ਵੀ ਹੋਵੇ, ਤੇਰੇ ਅੰਦਰ ਸ਼ਰਧਾ ਪ੍ਰਤੀਤ ਤੇ ਵਿਸ਼ਵਾਸ ਵੀ ਹੋਵੇ। ਜਦੋਂ ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ, ਭਾਈ ਗੁਰਦਾਸ ਸਾਹਿਬ ਵਰਗਾ ਗਿਆਨ, ਬਾਬੇ ਬੁੱਢੇ ਵਰਗੀ ਸ਼ਰਧਾ ਪ੍ਰੇਮ ਪ੍ਰਤੀਤ, ਉਦਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੱਲਾ ਪ੍ਰਕਾਸ਼ ਨਹੀਂ, ਯਾਦ ਰੱਖੀ ਗੁਰੂ ਗ੍ਰੰਥ ਸਾਹਿਬ ਚੋਂ ਤੈਨੂੰ ਨਿਰੰਕਾਰ ਦੇ ਦਰਸ਼ਨ ਹੋ ਜਾਣਗੇ। ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਗਿਆਨ ਵੀ ਹੋਣਾ ਚਾਹੀਦਾ। ਇਹ ਨਾ ਹੋਵੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜੋ ਤੇ ਗਿਆਨ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਿਵੇਂ ਕਰਨਾ, ਸਤਿਕਾਰ ਕਿਵੇਂ ਕਰਨਾ? ਸਾਧ ਸੰਗਤ ਜਿਨ੍ਹਾਂ ਨੂੰ ਸਤਿਕਾਰ ਸਨਮਾਨ ਦਾ ਪਤਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਪੋਥੀ ਆਪਣੇ ਹੱਥ ਵਿੱਚ ਚੁੱਕਦੇ ਨੇ, ਬੜੇ ਅਦਬ ਸਨਮਾਨ ਨਾਲ, ਆਪਣੇ ਸੀਨੇ ਛਾਤੀ ਤੋਂ ਨੀਵਾਂ ਨਹੀਂ ਕਰਨਗੇ। ਤੇ ਜਿਨ੍ਹਾਂ ਨੂੰ ਗਿਆਨ ਨਹੀਂ, ਮੈਨੂੰ ਮਾਫ ਕਰਿਓ, ਸ਼ਰਧਾ ਤੇ ਪ੍ਰੇਮ ਨਹੀਂ, ਉੱਥੇ ਬੜਾ ਮਨ ਨੂੰ ਅਫਸੋਸ ਹੁੰਦਾ ਹੈ। ਤੁਸੀਂ ਨਿਤਨੇਮ ਕਰਦੇ ਕਰਦੇ ਬੈੱਡ ਦੀ ਢੋਹ ਤੇ ਗੁਟਕਾ ਰੱਖ ਦਿੰਦੇ ਹੋ, ਜਿੱਥੇ ਚਾਹ ਵਾਲੇ ਜੂਠੇ ਕੱਪ ਪਏ ਨੇ ਉੱਥੇ ਬਾਣੀ ਦਾ ਗੁਟਕਾ। ਇਹਦਾ ਮਤਲਬ ਤੁਹਾਡੇ ਅੰਦਰ ਅਦਬ ਸਤਿਕਾਰ ਨਹੀਂ, ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਿਵੇਂ ਕਰਨਾ ਹੈ। ਗੁਰੂ ਨੇ ਹੁਕਮ ਕੀਤਾ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਿਹਨੇ ਮਨ ਚ ਅਦਬ ਨਾ ਕੀਤਾ ਬਾਣੀ ਦਾ, ਜਾਣੋ ਸੋ ਸਿੱਖ ਨਹੀਂ ਹਮਾਰਾ, ਜੋ ਸਿੱਖ ਗੁਰਬਾਣੀ ਪੈ ਕਰੇ, ਬਿਨ ਪ੍ਰਯਾਸ ਭਵ ਸਾਗਰ ਤਰੇ। ਜਿਹੜਾ ਬਾਣੀ ਦਾ ਭੈ ਰੱਖਦਾ, ਅਦਬ ਕਰਦਾ, ਬਹੁਤਾ ਉਹਨੂੰ ਪ੍ਰਯਾਸ ਕਰਨ ਦੀ ਲੋੜ ਨਹੀਂ, ਉਹਨੂੰ ਗੁਰੂ ਅੰਜੀ ਲੰਘਾ ਦਿੰਦਾ। ਭਾਈ ਉਹਨੂੰ ਭੈ ਹੈ ਗੁਰੂ ਦਾ, ਭੈ ਔਰ ਭਾਉ ਇਕੱਠੇ ਪੈਦਾ ਹੁੰਦੇ ਨੇ। ਤਾਈਓ ਸਾਹਿਬ ਨੇ ਕਿਹਾ, ਭੈ ਬਿਨ ਭਗਤ ਨਾ ਹੋਵੇ, ਹਰ ਨਾਮ ਨਾ ਲੱਗੇ ਪਿਆਰ। ਇਸ ਲਈ ਸਾਧ ਸੰਗਤ ਗਿਆਨ ਤੇ ਸ਼ਰਧਾ ਇਕੱਠੇ, ਗਿਆਨ ਭਾਈ ਗੁਰਦਾਸ ਸਾਹਿਬ ਕੋਲ ਹੈ, ਸ਼ਰਧਾ ਬਾਬਾ ਬੁੱਢਾ ਸਾਹਿਬ ਦੇ ਕੋਲ ਹੈ। ਜਦੋਂ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਨਿਰੰਕਾਰ ਦਿਸੇਗਾ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨਾ ਕੋਏ। ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕੀਤਾ ਤੇ ਭਾਈ ਸਾਧ ਸੰਗਤ, ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਨੇ ਪ੍ਰਸੰਗ ਲਿਖਿਆ, ਕਹਿੰਦੇ ਬਾਬੇ ਬੁੱਢੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਕੋਲੋਂ ਸੇਵਾ ਲਈ। ਫਿਰ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਆਪਣੇ ਹੱਥਾਂ ਨਾਲ ਪ੍ਰਕਾਸ਼ ਕਰੋ। ਆਪਣੇ ਸੁੰਦਰ ਕਰ ਕਮਲਾਂ ਨਾਲ ਜਦੋਂ ਪ੍ਰਕਾਸ਼ ਕੀਤਾ,
ਤੇ ਪਹਿਲਾ ਤਾਬਿਆ ਵੈਕ ਹੁਕਮ ਪੜਿਆ ਜਿਹੜਾ ਤੁਸੀਂ ਗੁਰੂ ਦੇ ਕੀਰਤਨੀਆਂ ਕੋਲੋਂ ਸ਼ਬਦ ਸੁਣੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਦੋਂ ਸਿੱਖਾ ਤੇਰੇ ਅੰਦਰ ਸ਼ਰਧਾ ਤੇ ਪ੍ਰੇਮ ਹੋਵੇ, ਇਹ ਵੀ ਯਾਦ ਰੱਖੀ, ਫਿਰ ਗੁਰੂ ਦੇ ਸ਼ਬਦ ਨੇ ਪ੍ਰਤੱਖ ਰੂਪ ਵਿੱਚ ਤੇਰੇ ਨਾਲ ਤੁਰਨ ਲੱਗ ਪੈਣਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨੇ ਸਤਾਰੇ। ਫਿਰ ਮੈਂ ਆਰੰਭ ਵਿੱਚ ਉੱਥੇ ਆਵਾਂ ਜਿੱਥੋਂ ਕਥਾ ਸ਼ੁਰੂ ਕੀਤੀ ਸੀ। ਗੁਰੂ ਨੇ ਗ੍ਰੰਥ ਸਾਹਿਬ ਜੀ ਵੀ ਦਿੱਤਾ ਤੇ ਨਾਲ ਗੁਰੂ ਨੇ ਪੰਥ ਵੀ ਦਿੱਤਾ। ਪੰਥ ਦਾ ਅਰਥ ਹੈ ਗੁਰੂ ਗ੍ਰੰਥ ਦੇ ਕਹੇ ਉੱਤੇ ਤੁਰਨਾ। ਜਦੋਂ ਸਿੱਖਾਂ ਗੁਰੂ ਦੇ ਉਪਦੇਸ਼ ਉੱਤੇ ਤੁਰ ਪਏ, ਤੂੰ ਪੰਥ ਦਾ ਪੰਥੀ ਹੋ ਗਿਆ, ਤੂੰ ਪੰਥ ਦੇ ਉੱਤੇ ਤੁਰ ਪਏ। ਇਹ ਪੰਥ ਤੈਨੂੰ ਨਿਰੰਕਾਰ ਤੱਕ ਲੈ ਜਾਏਗਾ, ਪਰ ਸ਼ਰਤ ਇਹ ਹੈ ਤੈਨੂੰ ਪੁੱਛ ਕੇ ਚੱਲਣਾ ਪਏਗਾ ਗੁਰੂ ਗ੍ਰੰਥ ਸਾਹਿਬ ਤੋਂ। ਕਿਉਂਕਿ ਰਾਹ ਜਾਂਦਿਆਂ ਦੁਨਿਆਵੀ ਰਸਤਾ ਵੀ ਜੇ ਅਣਜਾਣ ਬੰਦਾ ਹੋਵੇ ਉਹ ਭਟਕ ਸਕਦਾ, ਉਹ ਰਸਤੇ ਚੋਂ ਪੜਦਾ। ਜਦੋਂ ਉਹ ਪੜਦਾ ਇਕੱਲਾ ਪੜਦਾ ਨਹੀਂ, ਉਸ ਰਸਤੇ ਤੇ ਡਾਇਰੈਕਸ਼ਨ ਦਿੱਤੀਆਂ ਹੋਈਆਂ ਨੇ, ਨਾਲ ਨਾਲ ਹਦਾਇਤਾਂ ਦਿੱਤੀਆਂ ਨੇ। ਕੀ ਹੁਣ ਚੰਡੀਗੜ੍ਹ ਤਾਂ ਤੁਹਾਨੂੰ ਪਤਾ ਇੱਥੇ ਬੜੀ ਸਖਤ ਹਦਾਇਤਾਂ ਨੇ, ਰਸਤੇ ਉੱਤੇ ਚੱਲਦੇ ਹੋ 2 ਮਿੰਟ ਧਿਆਨ ਦਿਓ, ਉਹਦੇ ਉੱਤੇ 3 ਪੱਟੀਆਂ ਬਣੀਆਂ ਨੇ, ਦੋਵਾਂ ਸਾਈਡ ਉੱਤੇ ਰਸਤੇ ਤੇ ਵਾਈਟ ਰੰਗ ਦੀ ਪੱਟੀ ਹੈ, ਸੈਂਟਰ ਵਿੱਚ ਵੀ ਵਾਈਟ ਹੈ। ਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਉਹ ਰਸਤੇ ਤੇ ਕਿਸੇ ਨੇ ਡਰਾਇੰਗ ਨਹੀਂ ਕੀਤੀ ਹੋਈ, ਉੱਤੇ ਚਿੱਤਰਕਾਰੀ ਨਹੀਂ ਕੀਤੀ, ਉਹ ਚਿੱਟੇ ਰੰਗ ਦੀਆਂ ਲਿਕਾਂ ਮਾਰ ਕੇ, ਉਹਦਾ ਕੋਈ ਮਤਲਬ ਹੈ। ਜਦੋਂ ਦੋਵੇਂ ਪਾਸੇ ਬਿਲਕੁਲ ਸਿੱਧੀ ਵਾਈਟ ਲਾਈਨ ਹੈ, ਗੱਬੇ ਜਿਹੜੀ ਉਹਦੇ ਵਿੱਚ ਸਪੇਸ ਛੱਡੀ ਹੋਈ ਹੈ, ਥੋੜਾ ਸਪੇਸ ਛੱਡ ਕੇ ਵਾਈਟ, ਉੱਥੇ ਕਿਤੇ ਉਹਨਾਂ ਕੋਲ ਰੰਗ ਮੁੱਕ ਗਿਆ ਚਿੱਟਾ, ਉਹਨਾਂ ਨੇ ਸਪੇਸ ਕਿਉਂ ਛੱਡ ਦਿੱਤੀ? ਜਿਨ੍ਹਾਂ ਨੇ ਟ੍ਰੈਫਿਕ ਰੂਲ ਹਦਾਇਤਾਂ ਪੜ੍ਹੀਆਂ ਤੁਹਾਨੂੰ ਪਤਾ ਹੈ, ਉਹ ਵਿੱਚ ਸਪੇਸ ਛੱਡ ਕੇ ਵਾਈਟ ਰੰਗ ਦੀ ਪੱਟੀ ਦਾ ਭਾਵ ਹੈ ਤੂੰ ਲੈਫਟ ਰਸਤੇ ਖੱਬੇ ਹੱਥ ਜਾ ਰਿਹਾ ਹੈ, ਲੋੜ ਪੈਣ ਤੇ ਕਿਸੇ ਗੱਡੀ ਨੂੰ ਓਵਰਟੇਕ ਕਰਨਾ, ਤੂੰ ਸੱਜੇ ਜਾ ਕੇ ਵੀ ਫਿਰ ਖੱਬੇ ਆ ਸਕਨੇ। ਤੇ ਕਈਆਂ ਥਾਵਾਂ ਤੇ ਵੇਖਿਓ ਸਿੱਧੀ ਪੱਟੀ ਵਾਈਟ ਮਾਰੀ ਹੋਈ ਹੈ, ਉਹਦੇ ਉੱਤੇ ਉਹਦੇ ਵਿਚਕਾਰ ਕੋਈ ਸਪੇਸ ਨਹੀਂ ਛੱਡੀ। ਉਹਦਾ ਭਾਵ ਕੀ ਹੈ? ਇੱਥੇ ਮੋੜ ਖਤਰਨਾਕ ਹੈ, ਤੂੰ ਲੈਫਟ ਛੱਡ ਕੇ ਰਾਈਟ ਨਹੀਂ ਹੁਣ ਜਾ ਸਕਦਾ। ਜੇ ਤੂੰ ਲੈਫਟ ਤੋਂ ਰਾਈਟ ਹੋ ਕੇ ਓਵਰਟੇਕ ਕੀਤਾ, ਤੂੰ ਕਿਸੇ ਵਾਸਤੇ ਵੀ ਮੁਸੀਬਤ ਬਣੇਗਾ, ਆਪਣਾ ਆਪ ਵੀ ਵਿਗਾੜ ਬੈਠੇਗਾ। ਉਹ ਹਦਾਇਤ ਹੈ ਸਾਧ ਸੰਗਤ, ਉੱਥੇ ਤੁਸੀਂ ਰਾਈਟ ਸਾਈਡ ਬਿਲਕੁਲ ਓਵਰਟੇਕ ਨਹੀਂ ਕਰ ਸਕਦੇ। ਇਹ ਟ੍ਰੈਫਿਕ ਦਾ ਰੂਲ ਹੈ। ਇਦਾਂ ਗੁਰਮਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਪੰਥ ਤੇ ਚੱਲਣ ਵਾਲਿਆਂ ਨੂੰ ਉਪਦੇਸ਼ ਦਿੱਤਾ ਹੈ। ਉਹ ਭਲਿਆ ਸਿੱਖਾ, ਇੱਥੇ ਕਿਤੇ ਤੇਰੇ ਕੋਲੋਂ ਕੋਈ ਭੁੱਲ ਚੁੱਕ ਹੋ ਜਾਏ, ਤੂੰ ਗੁਰੂ ਅੱਗੇ ਅਰਦਾਸ ਕਰ ਸਕਨੇ। ਅਣਜਾਣੇ ਵਿੱਚ ਹੋਵੇ ਤੂੰ ਰੋਜ਼ ਕਹਿਣਾ ਕਿ ਲਿਖੇ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਤੇਰੇ ਅੰਦਰ ਇਹ ਚਾਹੀਦਾ ਦਇਆ ਵੀ ਹੋਵੇ, ਸੰਤੋਖ ਵੀ ਹੋਵੇ, ਨਰਮਾਈ ਵੀ ਹੋਵੇ। ਪਰ ਇੱਕ ਗੱਲ ਦਾ ਤੂੰ ਖਿਆਲ ਰੱਖਣਾ, ਜਦੋਂ ਆਹ ਚੀਜ਼ਾਂ ਪਾਰ ਕਰ ਜਾਏਗਾ ਤੂੰ ਗੁਰੂ ਦਾ ਸਿੱਖ ਨਹੀਂ ਰਹੇਗਾ। ਜਦੋਂ ਆਹ ਚੀਜ਼ਾਂ ਪਾਰ ਕਰੇਗਾ ਤੇਰਾ ਜਪ ਤਪ ਸੇਵਾ ਸਿਮਰਨ ਖੰਡਿਤ ਹੋ ਸਕਦਾ ਹੈ। ਮਹਾਰਾਜ ਕਿਹੜਾ ਗੁਰੂ ਨੇ ਹਦਾਇਤ ਦਿੱਤੀ, ਸ਼ਬਦ ਤੁਹਾਡੇ ਵਾਸਤੇ ਸਾਧ ਸੰਗਤ, ਗ੍ਰੰਥ ਜਿਹੜਾ ਉਹ ਪੰਥ ਤੇ ਤੁਰਨ ਵਾਲਿਆਂ ਲਈ ਹਦਾਇਤ ਹੈ। ਫਿਰ ਗੁਰੂ ਗ੍ਰੰਥ ਸਾਹਿਬ ਕਹਿਣਗੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਕੋਈ ਕਵੇ ਜਪਜੀ ਸਾਹਿਬ ਰੋਜ਼ ਪੜ੍ਹੀਦਾ, ਘਰ 'ਚ ਕਲੇਸ਼ ਨਹੀਂ ਹਟਦਾ। ਜਪਜੀ ਸਾਹਿਬ ਤਾਂ ਰੋਜ਼ ਪੜ੍ਹਦੇ ਆ, ਘਰ ਵਿੱਚ ਤਾਂ ਗੱਲ ਹੁੰਦੀ ਨਹੀਂ। ਗੁਰੂ ਕੋਲੋਂ ਪੁੱਛਿਓ, ਤੁਸੀਂ ਉਹ ਕੰਮ ਕਿਤੇ ਨਾ ਕਿਤੇ ਕਰ ਰਹੇ ਹੋ ਜਿੱਤੋਂ ਗੁਰੂ ਨੇ ਰੋਕਿਆ। ਤੁਹਾਡੀ ਫਰਿੱਜ ਵਿੱਚ ਉਹ ਚੀਜ਼ਾਂ ਪਈਆਂ ਨੇ ਜਿੱਤੋਂ ਗੁਰੂ ਨੇ ਵਰਜਿਤ ਕੀਤਾ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਹਿਣਗੇ ਇਸ ਪੱਟੀ ਤੋਂ ਇੱਧਰ ਨਹੀਂ ਤੂੰ ਆ ਸਕਦਾ। ਮਹਾਰਾਜ ਕਿਹੜੀ ਸਾਹਿਬ ਕਹਿਣਗੇ ਕਬੀਰ ਭੰਗ ਮਛਲੀ ਸੁਰਾਪਾਨ। ਜਦੋਂ ਤੂੰ ਭੰਗ ਮੱਛੀ ਸੁਰਾਪਾਨ ਨੇ ਚੀਜ਼ਾਂ ਘਰ 'ਚ ਬਾੜ ਲੈਣਾ, ਕਬੀਰ ਭੰਗ ਮਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ, ਤੇ ਸਭੈ ਰਸਾਤ ਲ ਜਾਏ। ਸਭ ਕੁਝ ਵਿਅਰਥ ਤੇਰਾ, ਕਿਉਂਕਿ ਤੂੰ ਗੁਰੂ ਦੀ ਹਦਾਇਤ ਤੋੜ ਦਿੱਤੀ ਹੈ। ਸੋ ਸਾਧ ਸੰਗਤ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪਹਿਲੇ ਦਾ ਅਰਥ, ਇਹਦਾ ਮਤਲਬ ਕੋਈ ਦੂਜਾ ਵੀ ਪ੍ਰਕਾਸ਼ ਹੋਣਾ। ਮੈਂ ਸ਼ੁਰੂ ਵਿੱਚ ਵੀ ਕਿਹਾ, ਪਹਿਲਾ ਪ੍ਰਕਾਸ਼ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਸਰੂਪ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਨ 1604 ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਕੀਤਾ। ਉਹ ਭੀੜ ਅੱਜ ਧੀਰ ਮੱਲੀਆਂ ਦੇ ਕੋਲ ਕਾਫੀ ਲੰਬਾ ਸਮਾਂ ਬਾਅਦ ਵਿੱਚ ਰਹੀ, ਔਰ ਅੱਜ ਕੱਲ੍ਹ ਸ਼੍ਰੀ ਕਰਤਾਰਪੁਰ ਸਾਹਿਬ ਉਸ ਗ੍ਰੰਥ ਦੇ ਦਰਸ਼ਨ ਹੁੰਦੇ ਨੇ। ਪਰ
ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੈ, ਉਹਦਾ ਪ੍ਰਕਾਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਰਵਾਇਆ ਹੈ। ਇਸ ਲਈ ਸਾਨੂੰ ਪਹਿਲੇ ਗ੍ਰੰਥ ਲਈ ਪਹਿਲਾ ਪ੍ਰਕਾਸ਼ ਕਹਿਣਾ ਪੈਂਦਾ ਹੈ। ਦੂਜਾ ਗ੍ਰੰਥ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਾਪਤ ਹੈ, ਇਹਦੇ ਵਿੱਚ ਉਹੀਓ ਧੁਰ ਕੀ ਬਾਣੀ 30 ਰਾਗਾਂ ਤੋਂ ਇਲਾਵਾ ਇੱਕ ਰਾਗ 31ਵਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜੈਜਾਵੰਤੀ ਰਾਗ 974 ਤੋਂ ਲੈ ਕੇ ਹੁਣ 930 ਅੰਗ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਵਿੱਚ ਬਾਣੀ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਸ ਗ੍ਰੰਥ ਨੂੰ ਨੰਦੇੜ ਸਾਹਿਬ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਪ੍ਰਕਾਸ਼ ਕਰਕੇ ਕਿਹਾ ਕਿ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋਚ ਹੈ, ਖੋਜ ਸ਼ਬਦ ਮੈਂ ਲੈ। ਇਸ ਲਈ ਇਸ ਪੁਰਬ ਨੂੰ ਕਹਿਣਾ ਪੈਂਦਾ ਕਿ ਪਹਿਲਾ ਪ੍ਰਕਾਸ਼ ਪੁਰਬ, ਕਿਉਂਕਿ ਦੂਜਾ ਵੀ ਹੈ। ਔਰ ਇਹ ਬੀੜ ਉਹੀਓ ਬੀੜ ਹੈ, ਉਸੇ ਬਾਣੀ ਨਾਲ ਮਿਲੀ ਬੀੜ ਹੈ। ਇੱਕ ਇੱਕ ਅੱਖਰ ਉਸ ਬਾਣੀ ਨਾਲ ਮਿਲਦਾ ਹੈ, ਪਰ ਇਸ ਬੀੜ ਦੀ ਜਿਲਦ ਤੇ ਲਿਖਿਆ ਹੋਏਗਾ ਇਹ ਬੀੜ ਦਮਦਮੀ ਬੀੜ ਨਾਲ ਮਿਲਾ ਕੇ ਲਿਖੀ ਗਈ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਬਖਸ਼ਿਸ਼ ਕਰਨ, ਆਪਾਂ ਸਾਰੇ ਸ਼ਬਦ ਨਾਲ ਜੁੜੀਏ, ਉਪਦੇਸ਼ ਨਾਲ ਜੁੜੀਏ, ਗੁਰੂ ਦੇ ਉਪਦੇਸ਼ ਉੱਤੇ ਚੱਲੀਏ। ਵਹਿਮਾਂ ਭਰਮਾਂ ਤੋਂ ਬਚੋ। ਸਗਨ ਅਪਸਗਨ ਲੱਗਦੇ ਨੇ, ਲੋਕਾਂ ਨੂੰ ਨਜ਼ਰਾਂ ਲੱਗ ਜਾਂਦੀਆਂ ਨੇ, ਬੁਰਾ ਹੁੰਦਾ, ਮਹੂਰਤ ਮਾੜੇ ਹੁੰਦੇ ਨੇ। ਕਿਹਨਾਂ ਵਾਸਤੇ ਭਾਈ? ਜਿਸ ਚੀਤ ਨਾ ਆਵੇ, ਜਿਹਨੂੰ ਰੱਬ ਨਾ ਚਿੱਤੇ ਰਵੇ। ਸਗਨ ਅਪਸਗਨ ਤਿਸ ਕੋ ਲੱਗੇ, ਜਿਸ ਚੀਤ ਨਾ ਆਵੇ। ਤੁਹਾਡੇ ਵਾਸਤੇ ਇਹ ਕੈਦ ਨਹੀਂ ਹੈ ਜਿਹੜੀ ਲੋਕਾਂ ਵਾਸਤੇ ਸੀ। ਕਬੀਰ ਕਾਗਦ ਕੀ ਓਬਰੀ, ਮਸਕ ਕਰਮ ਕਪਾਟ। ਗੁਰੂ ਨੇ ਉਸ ਤੋਂ ਸਾਨੂੰ ਕੱਢ ਦਿੱਤਾ। ਬਾਣੀ ਪੜੋ, ਤੁਹਾਡੇ ਅੰਦਰੋਂ ਵਹਿਮ ਭਰਮ ਦੂਰ ਹੋਣਗੇ। ਅੰਮ੍ਰਿਤ ਛਕੋ, ਗੁਰੂ ਦੇ ਸਿੰਘ ਸਜੋ। ਇਹ ਜੀਵਨ ਜਨਮ ਲਿਖੇ ਵਿੱਚ ਲੱਗੇ, ਪ੍ਰਕਾਸ਼ ਪੁਰਬ ਮਨਾਏ ਸਫਲ ਹੋਣਗੇ। ਆਪਣੇ ਘਰ ਵਿੱਚ ਬਾਣੀ ਜ਼ਰੂਰ ਪੜ੍ਹਿਆ ਕਰੋ। ਤੁਹਾਨੂੰ ਬੇਨਤੀ ਹੈ, ਹਰ ਇੱਕ ਸਿੱਖ, ਬੱਚਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਜਪਜੀ ਸਾਹਿਬ ਦਾ ਜਾਪ ਜ਼ਰੂਰ ਕਰੇ। 24 ਕੁ ਮਿੰਟ ਲੱਗਦੇ ਨੇ ਜਪਜੀ ਸਾਹਿਬ ਨੂੰ, ਜ਼ਿਆਦਾ ਟਾਈਮ ਨਹੀਂ ਲੱਗਦਾ। ਸਕੂਲੇ ਘੱਲਣ ਤੋਂ ਪਹਿਲਾਂ ਬੱਚਿਆਂ ਨੂੰ ਜਪਜੀ ਸਾਹਿਬ ਘੱਟੋ ਘੱਟ ਕਰਾ ਲਿਆ ਕਰੋ। ਸਾਧ ਸੰਗਤ 24 ਕੁ ਮਿੰਟ ਦਾ ਪਾਠ ਹੈ। ਮੇਰਾ ਇਹ ਵਿਸ਼ਵਾਸ ਹੈ, ਜਿਹੜਾ ਸਿੱਖ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਉਹ ਸਿੱਖਾ 24 ਘੰਟਿਆਂ 'ਚੋਂ 24 ਮਿੰਟ ਤੋਂ ਕੱਢ ਲਿਆ ਕਰ। ਜਾਓ, ਇਹ ਤੇਰੇ 24 ਘੰਟਿਆਂ ਦੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ ਹੈ। ਸਤਿਗੁਰ ਦੇ ਲੜ ਲੱਗੀ ਹੈ। ਸਭ ਪ੍ਰਬੰਧਕਾਂ ਦਾ ਧੰਨਵਾਦ। ਸਿੱਖ ਕੌਮ ਦੇ ਬਹੁਤ ਪਿਆਰੇ ਕੀਰਤਨੀ ਹੈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਿਆਰੇ ਕੀਰਤਨੀਏ ਨੇ। ਆਓ ਉਹਨਾਂ ਦੇ ਪਾਸੋਂ ਹੁਣ ਆਪਾਂ ਕੀਰਤਨ ਸਰਵਣ ਕਰਨਾ। ਪ੍ਰਬੰਧਕਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੋ। ਦਿੱਤਾ ਹੋਇਆ ਸਮਾਂ 1 ਘੰਟਾ ਸਮਾਪਤ ਹੈ। ਇੱਦਾਂ ਤੁਸੀਂ ਹੁਣ 1 ਘੰਟਾ ਹੋਰ ਲਾਹੇ ਪ੍ਰਾਪਤ ਕਰਨੇ ਨੇ। ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।